डिसिप्लिन नाम की चीज़ इस पार्टी च रह नहीं गई। राजा वड़िंग ਜਿਹੜੇ ਨੇ ਕਹਿ ਰਹੇ ਨੇ ਕਹਿੰਦੇ ਕਿ 23 ਸਾਲਾਂ ਦਾ ਮੁੰਡਾ ਨਹੀਂ ਲੜੂਗਾ ਤਾਂ ਹੋਰ ਕੌਣ ਲੜੂਗਾ। ਤੁਹਾਡੇ ਗਨਮੈਨ ਇੱਕ ਆਮ ਘਰ ਦੇ ਬੱਚੇ ਨੂੰ ਕੁੱਟ ਰਹੇ ਹੈ, ਤੁਸੀਂ ਉਹਨੂੰ ਉਹਦੇ ਨਾਲ ਤੁਸੀਂ ਉਹਦੇ ਤੇ ਹਾਵੀ ਹੋਏ ਹੋ ਜਸਟ ਬਿਕੋਜ਼ ਤੁਹਾਡੇ ਕੋਲ ਫੋਰਸ ਸੀਗੀ, ਤੁਹਾਡੇ ਕੋਲ ਗਨਮੈਨ ਸੀਗੇ ਤੇ ਤੁਸੀਂ ਜੇ ਤੁਹਾਡੇ ਇੱਕ ਆਫਿਸ ਬੇਅਰ ਨੇ ਉਸ ਦੇ ਹੱਕ 'ਚ ਬੋਲਿਆ ਤੁਸੀਂ ਉਹਨੂੰ ਹੀ ਕੱਢ ਰਹੇ ਹੋ, ਫਿਰ ਤੁਸੀਂ ਤੁਹਾਡੀ ਕਾਹਦੀ ਆਰਗੇਨਾਈਜੇਸ਼ਨ, ਤੁਸੀਂ ਉਹਨੂੰ ਪਬਲਿਕਲੀ ਥਾਪੜਾ ਦੇ ਰਹੇ ਹੋ ਕਿ ਜੇ ਤੁਸੀਂ ਨਹੀਂ ਲਾਓ ਕੀ ਮੈਸੇਜ ਦੇਣਾ ਚਾਹੁੰਦੇ ਕਿ ਦੇ ਆਰ ਟ੍ਰਾਈਂਗ ਟੂ ਸੇ ਕਿ ਯੰਗਸਟਰਸ ਸ਼ੁੱਡ ਗੋ ਐਂਡ ਉਹ ਮਤਲਬ ਉਹ ਕਿਸੇ ਤੇ ਹਾਵੀ ਹੋਣਾ ਚਾਹੀਦਾ ਕਿਉਂਕਿ ਉਹ ਇੱਕ ਲੀਡਰ ਦਾ ਮੁੰਡਾ ਹੈ। आम घर का लड़का उसकी सुनवाई नहीं की गई और बराबर परचे दोनों ते करते जबकि वो शरेआम कह रहा है कि मेरे नाल धक्का होया। तो तुसी बच्चों नूं या नौजवानों नूं ये इशारा दे रहे हो कि जे तां तुसी लीडरां दे थल्ले उन्हां दे बच्चियां थल्ले लग के रहोगे तां तुहाडी तुसी ठीक हो, ते जे तुसी किते भी आवाज़ उठाई जां तुसी अपना हक मंगिया जां तुसी किते लीडर दे मुंडे दे मुकाबले च अपने आप नूं खड़ा कीता तां फिर तुहाडे पिछे ना तुहाडी पार्टी खड़ी है ना तुहाडी ऑर्गेनाइजेशन। जो इस वेले ये सवाल खड़े हो रहे हैं जो अक्षय उन्होंने वालों भी उन्होंने ग्रुप वालों कहा जा रहा है कि इस बहुत हेरा फेरी हो गई, करोड़ों रुपए का इस्तेमाल हो गया, कि वाकई सच है? इन्हां दे ना कांग्रेसियां दे कपड़े सिर्फ गांधीवाद वाले रह गए हैं। इन्हां दे जिहड़े इंचार्ज उत्थों दिल्लीओं आंदे तुसीं देखो फटे बूट ते फटियां टी-शर्टां पा के जरूर आ जांदे है, पर ये चला यूथ कांग्रेस नूं एक मल्टीनैशनल कंपनी वांग रहे है। ये सिर्फ ना दियां इलैक्शंस ने, ये इलैक्शंस दे नाम ते एक फ्रॉड है और अज शिकार कौन हो रहा है? मैं अज क्यों तुहाडे प्लेटफॉर्म ते बोलना चाहूँगी, अज शिकार पंजाब दा आम नौजवान हो रहा है। ये उन्हां दे पैसे लवाउंदे है, उन्हां नूं झूठे सुपने विखाउंदे है, पर डिसाइडेड पहला तो हुंदा है कि बनना किहने है। ਜਿਹੜੀ ਇਲੈਕਸ਼ਨ 20-22 ਲੱਖ ਚ ਸਿਮਟ ਸਕਦੀ ਸੀ ਉਹ 15 ਕਰੋੜ ਤੇ ਪਹੁੰਚ ਗਈ ਉਸ ਦਾ ਬਜਟ। ਇਹ ਇਲੈਕਸ਼ਨ ਦਾ ਬਜਟ 15 ਕਰੋੜ ਸੀ। ਇਸ ਇਲੈਕਸ਼ਨ ਤੇ ਤਕਰੀਬਨ ਸਾਰੇ ਕੈਂਡੀਡੇਟਸ ਦਾ ਮਿਲਾ ਕੇ ਖਰਚਾ ਜੇ ਤੁਸੀਂ ਮੈਂ ਤਾਂ ਕਹਿੰਦੀ ਆ ਮੈਂ ਤਾਂ ਸਗੋਂ ਇਸ ਪਲੇਟਫਾਰਮ ਤੋਂ ਇਹ ਅਪੀਲ ਕਰਦੀ ਆ ਸਾਡੀ ਨੈਸ਼ਨਲ ਬੀਜੇਪੀ ਦੀ ਨੈਸ਼ਨਲ ਟੀਮ ਨੂੰ, ਸਾਡੇ ਪ੍ਰਸ਼ਾਸਨ ਨੂੰ ਕਿ ਇਹਦੀ ਤਫਤੀਸ਼ ਹੋਣੀ ਚਾਹੀਦੀ ਹੈ। हर डेलीगेट की 50 रुपए फीस होंगी है एंड तुसी देखो किन्नी किन्नी लखां च भर्ती हुई है, कित्थे गया पैसा? IYC कोल गया और केड़ा नौजवान, मैं तो एक नूं नहीं जानती कि जेड़ा खुद पल्लियों पैसे ला के इन्हां दा डेलीगेट बनदा। एक एजेंसी आउंदी सी वोटां पवाउण वास्ते, एक एजेंसी आउंदी सी जिहड़ी कहंदी सी ਅਸੀਂ हैक करदे आ दूजे दा सिस्टम हैक करके वोटां तुहाडीਆਂ ਵਧਵਾ दिंदे आ, ओदियां घटा दिंदे आ। ते बरिंदर टाइम भी होया सी ये चीज़। देखो मैं उदन इंटरव्यू सुन रही सी बरिंदर जी दी, वो तो आप अपनी इंटरव्यू च मान गए कि मैनू भी सपोर्ट सीगी लीडरां दी, बट यस आई वाज वाइज इनफ कि मैं हुण अपने घर वाले दे किले तक विखाउणे नहीं सीगे, है ना। सो मैं आप ही बैक आउट कर गई सी। इट्स नॉट जस्ट ग्रैंड यूथ कांग्रेस नूं लगा है, ग्रैंड पूरी समुची उपरों लेके थल्ले तक कांग्रेस नूं लगा है। पंजाब यूथ कांग्रेस नूं ग्रैंड लग्या होया है। ਇਹ ਗੱਲ ਅਸੀਂ ਕਿਉਂ ਕਹਿੰਦੇ ਆ ਕਿਉਂਕਿ ਯੂਥ ਕਾਂਗਰਸ ਦੋ ਫਾੜ ਹੋ ਚੁੱਕੀ ਹੈ। ਹਾਲਾਂਕਿ ਅਸੀਂ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਬਰਿੰਦਰ ਦਾ ਕਹਿਣਾ ਸੀ ਕਿ ਇਹ ਤੁਹਾਡਾ ਨੈਰੇਟਿਵ ਹੋ ਸਕਦਾ ਹੈ, ਇਹ ਸਾਡੀ ਆਪਸੀ ਲੜਾਈ ਹੈ, ਇਸ ਨੂੰ ਅਸੀਂ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਗ੍ਰਹਿਣ ਵਾਲੀ ਕੋਈ ਵੀ ਗੱਲ ਨਹੀਂ, ਪੰਜਾਬ ਯੂਥ ਕਾਂਗਰਸ ਇਕਜੁੱਟ ਹੈ। ਪਰ ਉੱਥੇ ਜਦੋਂ ਗੱਲ ਕਰੀਏ ਉਸ ਵੇਲੇ ਦੇ ਲੀਡਰਾਂ ਦੀ ਤਾਂ ਉਦੋਂ ਜ਼ਿਕਰ ਦਾਮਨ ਥਿੰਡ ਬਾਜਵਾ ਦਾ ਵੀ ਆਉਂਦਾ ਹੈ, ਜਿਨ੍ਹਾਂ ਨੇ ਉਸ ਪੂਰੇ ਫੇਜ਼ ਦੇ ਵਿੱਚੋਂ ਉਹ ਸਾਰੀਆਂ ਚੀਜ਼ਾਂ ਵੇਖੀਆਂ, ਆਪ ਉਹ ਇੰਚਾਰਜ ਵੀ ਰਹੇ ਔਰ ਉਹਨਾਂ ਤੋਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਯੂਥ ਕਾਂਗਰਸ ਦੀ ਚੋਣ ਕਰਵਾਈ ਜਾਂਦੀ ਹੈ ਕਿ ਇਹਦੇ ਵਿੱਚ ਵਾਕਈ ਹੀ ਲੀਡਰਾਂ ਦੀ ਇੰਟਰਫੇਰੈਂਸ ਹੁੰਦੀ ਹੈ ਕਿ ਜਿਸ ਤਰੀਕੇ ਦੇ ਨਾਲ ਸਵਾਲ ਖੜੇ ਹੋ ਰਹੇ ਨੇ ਕਿ ਇਸ ਵਾਰ ਤਾਂ ਐਪਲੀਕੇਸ਼ਨਸ ਹੈਕ ਤੱਕ ਹੋ ਗਈਆਂ, ਇਸ ਵਾਰ ਤਾਂ ਕਰੋੜਾਂ ਤਾਂ ਰੁਪਇਆ ਇਹਦੇ ਵਿੱਚ ਇਨਵੋਲਵ ਆ ਗਿਆ। ਤਾਂ ਇਸ ਦੇ ਉੱਤੇ ਗੱਲਬਾਤ ਕਰਾਂਗੇ। ਦਾਮਨ ਥਿੰਡ ਬਾਜਵਾ ਜੀ ਸਾਡੇ ਨਾਲ ਮੌਜੂਦ ਨੇ, ਹਾਲਾਂਕਿ ਪਹਿਲਾਂ ਕਾਂਗਰਸ ਸੀਗੇ ਪਰ ਹੁਣ ਬੀਜੇਪੀ ਦੇ ਵਿੱਚ ਜਾ ਚੁੱਕੇ ਨੇ, ਪਰ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਦਾਮਨ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਬਰਿੰਦਰ ਉਹਨਾਂ ਨਾਲ ਗੱਲ ਕੀਤੀ, ਮੈਂ ਤੁਹਾਨੂੰ ਕਿਹਾ ਕਿ ਕਾਂਗਰਸ ਨੂੰ ਯੂਥ ਕਾਂਗਰਸ ਨੂੰ ਗ੍ਰਹਿਣ ਲੱਗਿਆ ਹੋਇਆ ਹੈ, ਹਾਲਾਂਕਿ ਬਰਿੰਦਰ ਮੰਨਿਆ ਨਹੀਂ, ਕਹਿੰਦੇ ਨਹੀਂ ਤੁਹਾਡਾ ਨੈਰੇਟਿਵ ਹੈ ਜੀ। ਤੁਸੀਂ ਕੀ ਸਮਝਦੇ ਹੋ ਇਸ ਵੇਲੇ ਕੀ ਹਾਲਾਤ ਤੁਹਾਨੂੰ ਨਜ਼ਰ ਆਉਂਦੇ ਨੇ? ਮੈਂ ਵੀ ਜੀ ਇਹ ਕਹੂੰਗੀ ਕਿ ਇਟਸ ਨਾਟ ਜਸਟ ਯੂਥ ਕਾਂਗਰਸ, ਗ੍ਰਹਿਣ ਤਾਂ ਪੂਰੀ ਕਾਂਗਰਸ ਨੂੰ ਹੀ ਲੱਗਿਆ ਹੋਇਆ ਹੈ। ਜਸਟ ਆਪਾਂ ਜੇ ਉੱਪਰੋਂ ਇੱਕ ਪਰਸਪੈਕਟਿਵ ਲਈਏ ਔਰ ਤੋਂ ਚੰਨ ਚਾੜੇ ਜਾ ਰਹੇ ਨੇ। ਹਾਂ मतलब कि डिसिप्लिन नाम की चीज़ इस पार्टी च रह नहीं गई, है ना। जिहड़ी ये आइडियोलॉजी या जिहड़ियां गल्लां करदे ने दे आर ऑल शैम, वो सिर्फ गल्लां करन वास्ते। अज तुसी देखो इन्हां दा हर लीडर दूजे दी लत्तां खिच्चण नूं लगा होया,
ਐਂਡ ਦੈਟ ਇਜ਼ ਵਾਟ ਹੈਜ਼ ਹੈਪਨਡ ਇਨ ਯੂਥ ਕਾਂਗਰਸ। ਸੋ ਮੈਂ ਕਹੂੰਗੀ ਕਿ ਇਟਸ ਨਾਟ ਜਸਟ ਗ੍ਰੈਂਡ ਯੂਥ ਕਾਂਗਰਸ ਨੂੰ ਲੱਗਾ ਹੈ, ਗ੍ਰੈਂਡ ਪੂਰੀ ਸਮੁੱਚੀ ਉੱਪਰੋਂ ਲੈ ਕੇ ਥੱਲੇ ਤੱਕ ਕਾਂਗਰਸ ਨੂੰ ਲੱਗਾ ਹੈ। ਐਂਡ ਦੇ ਹੈਵ ਟੂ, ਅਗਰ ਇਹ ਚਾਹੁੰਦੇ ਆ ਕਿ ਕੱਲ ਨੂੰ ਇਹ ਰੈਲੇਵੈਂਟ ਰਹਿਣ ਪੰਜਾਬ ਦੀ ਪੋਲਿਟਿਕਸ ਵਿੱਚ ਵੀ ਔਰ ਨੈਸ਼ਨਲ ਪੋਲਿਟਿਕਸ ਵਿੱਚ ਵੀ, ਤਾਂ ਇਹਨਾਂ ਨੂੰ ਆਪਣਾ ਦੇ ਵਿਲ ਹੈਵ ਟੂ ਸੈਟ देयर ਹਾਊਸ ਇਨ ਆਰਡਰ। ਨਵਨ ਜੀ, ਮੈਂ ਥੋੜਾ ਪਿੱਛੇ ਜਾਣਾ ਚਾਹੁੰਦਾ ਔਰ ਤੁਹਾਡੇ ਤੋਂ ਮੈਂ ਉਹ ਸਾਰੀ ਚੀਜ਼ਾਂ ਬਰੀਕੀ ਸਮਝਣਾ ਚਾਹੁੰਦਾ, ਕਿਉਂਕਿ ਤੁਸੀਂ ਤਾਂ ਇਸ ਪੂਰੇ ਫੇਜ਼ ਦੇ ਵਿੱਚੋਂ ਨਿਕਲੇ ਹੋ। ਤੁਸੀਂ NSUA ਦੇ ਵੀ ਪ੍ਰਧਾਨ ਰਹੇ, ਤੁਸੀਂ ਯੂਥ ਕਾਂਗਰਸ ਦੇ ਵਿੱਚ ਵੀ ਵਰਕਿੰਗ ਪ੍ਰੈਜ਼ੀਡੈਂਟ ਰਹੇ, ਹੈ ਨਾ। ਤਾਂ ਕਿਵੇਂ ਪ੍ਰੋਸੈਸ ਕੀ ਹੁੰਦਾ ਹੈ ਜੋ ਇਸ ਵੇਲੇ ਇਹ ਸਵਾਲ ਖੜੇ ਹੋ ਰਹੇ ਨੇ, ਜੋ ਅਕਸ਼ੇ ਉਹਨਾਂ ਦੇ ਵੱਲੋਂ ਵੀ, ਉਹਨਾਂ ਦੇ ਗਰੁੱਪ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਬਹੁਤ ਹੇਰਾਫੇਰੀ ਹੋ ਗਈ, ਕਰੋੜਾਂ ਰੁਪਏ ਦਾ ਇਸਤੇਮਾਲ ਹੋ ਗਿਆ, ਕੀ ਵਾਕਈ ਸੱਚ ਹੈ ਇਹ? ਗਗਨ ਜੀ, ਮੈਂ ਇਹਦੇ ਤੁਹਾਨੂੰ ਦੱਸਣਾ ਚਾਹੂੰਗੀ, ਮੈਂ NSUA ਦੀ ਇਲੈਕਟਿਡ ਪ੍ਰੈਜ਼ੀਡੈਂਟ ਰਹੀ ਸੀ। ਉਸ ਤੋਂ ਬਾਅਦ ਯੂਥ ਕਾਂਗਰਸ ਦੀ 2 ਵਾਰ ਵਾਈਸ ਪ੍ਰੈਜ਼ੀਡੈਂਟ ਰਹੀ ਹਾਂ, ਔਰ ਟੂਵਰਡਸ ਦੀ ਐਂਡ ਜਦੋਂ ਮੈਂ ਪਾਰਟੀ ਨੂੰ ਅਲਵਿਦਾ ਕਿਹਾ, ਉਦੋਂ ਮੈਂ ਨੈਸ਼ਨਲ ਸੈਕਟਰੀ ਸੀਗੀ ਯੂਥ ਕਾਂਗਰਸ ਦੀ। ਜਿਹੜੀ ਇਹ ਇਲੈਕਸ਼ਨ ਦੀ ਗੱਲ ਕੀਤੀ ਜਾਂਦੀ ਹੈ, ਪਹਿਲਾਂ ਜਦੋਂ ਸਾਡਾ ਟਾਈਮ ਸੀ, ਜਦੋਂ ਮੈਂ NSUA ਦੀ ਇਲੈਕਸ਼ਨ ਲੜੀ, ਔਰ ਆਪਾਂ ਨੂੰ ਇੱਕ ਫਰਕ ਸਮਝਣਾ ਪਊਗਾ, ਜਿਹੜੀ NSUA ਦੀ ਇਲੈਕਸ਼ਨ ਹੁੰਦੀ ਹੈ ਉਹ ਸਟੂਡੈਂਟਸ ਦੀ ਇਲੈਕਸ਼ਨ ਹੁੰਦੀ ਹੈ। ਬੇਸਿਕਲੀ ਉਹਦੇ 'ਚ ਤੁਹਾਡਾ ਜਿਹੜਾ ਵੋਟਰ ਗਰੁੱਪ ਹੈਗਾ ਉਹ ਸਟੂਡੈਂਟਸ ਹੁੰਦੇ ਆ, ਕਾਲਜਾਂ ਦੇ ਬੱਚੇ। ਉਹਦੇ ਵਿੱਚ ਸਿੱਧੀ ਜਿਹੜੀ ਹੁੰਦੀ ਹੈ ਪੋਲੀਟੀਕਲ ਇੰਟਰਫੇਰੈਂਸ ਉਸ ਲੈਵਲ ਤੇ ਨਹੀਂ ਹੁੰਦੀ। ਸੋ ਜਿਹੜਾ ਕੈਂਡੀਡੇਟ ਬੱਚਿਆਂ ਵਿੱਚ ਆਪਣੀ ਛਾਪ ਬਣਾ ਸਕਦਾ ਹੈ, ਜਿਹੜਾ ਬੱਚਿਆਂ ਵਿੱਚ ਜਾ ਸਕਦਾ ਹੈ, ਜਿਹੜਾ ਬੱਚਿਆਂ ਨੂੰ ਕਨਵਿੰਸ ਕਰ ਸਕਦਾ, ਉਹਦੇ 'ਚ ਜਨਰਲੀ ਉਹ ਸਟੂਡੈਂਟ ਜਿਹੜਾ ਹੈਗਾ ਹੁੰਦੀ ਉਹਦੇ 'ਚ ਵੀ ਹੈ। ਲੀਡਰ ਦਾ ਬਲੂ ਆਈਡ ਬॉय ਜਿਹੜਾ ਹੁੰਦਾ ਉਹਦੇ ਵਿੱਚ ਦੇਖੋ ਥੋੜੀ ਬਹੁਤ ਹੁੰਦੀ ਹੈ, ਕਿਉਂਕਿ ਬਹੁਤ ਕਾਲਜਸ ਹੁੰਦੇ ਆ ਜਿਹੜੇ ਕਿਸੇ ਲੀਡਰ ਦੇ ਇਨਫਲੂਐਂਸ ਚ ਆ ਜਾਂਦੇ। ਗਵਰਨਮੈਂਟ ਕਾਲਜਸ ਦੀ ਤਾਂ ਗਿਣਤੀ ਬਹੁਤ ਥੋੜੀ ਹੈ। ਸੋ ਖੈਰ, ਬਟ NSUA ਚ ਫਿਰ ਵੀ ਮੈਂ ਸਮਝਦੀ ਹਾਂ ਕਿ ਇਟ ਇਜ਼ ਥੋੜਾ ਜਿਹਾ ਅ ਸ਼ੇਡ ਬੈਟਰ ਜੀ। ਬਟ ਯੂਥ ਕਾਂਗਰਸ ਦਾ ਸਿੱਧਾ ਹੀ ਪੋਲੀਟੀਕਲ ਉਹ ਬਣ ਜਾਂਦੀ ਹੈ ਆਰਗੇਨਾਈਜੇਸ਼ਨ, ਐਂਡ ਪੋਲੀਟੀਕਲ ਇੰਟਰਫੇਰੈਂਸ ਤੋਂ ਬਗੈਰ ਉਹਦੇ ਵਿੱਚ ਇਲੈਕਸ਼ਨ ਲੜਨਾ, ਮੈਂ ਸਮਝਦੀ ਹਾਂ ਕਾਂਗਰਸ ਨੇ ਉਹਨੂੰ ਇੰਨਾ ਕਰਪਟ ਕਰਤਾ ਕਿ ਇਟ ਇਜ਼ ਆਲ ਪੋਲੀਟੀਕਲ ਇੰਟਰਫੇਰੈਂਸ ਥੀਸ ਡੇਜ਼। ਖਾਸ ਕਰਕੇ ਪਹਿਲਾਂ ਘੱਟ ਸੀਗੀ, ਹੁਣ ਜਿੱਦਾਂ ਜਿੱਦਾਂ ਸਮਾਂ ਲੰਘਦਾ ਜਾ ਰਿਹਾ ਹੈ, ਜਦੋਂ ਸਾਡੇ ਸਮੇਂ ਵੀ ਸੀਗਾ, ਅਸੀਂ ਰੌਲਾ ਉਦੋਂ ਵੀ ਪਾਉਂਦੇ ਸੀ, ਪਰ ਆਪਣੀ ਪਾਰਟੀ ਦੇ ਅੰਦਰ ਰਹਿ ਕੇ ਪਾਉਂਦੇ ਸੀ। ਤੇ ਹੁਣ ਮੈਂ ਬੀਇੰਗ ਉਹਦਾ ਹਿੱਸਾ ਹੋਣ ਦੇ ਨਾਤੇ ਤਾਂ ਮੈਂ ਤਾਂ ਦੱਸ ਸਕਦੀ ਹਾਂ ਕਿ ਸਿਰਫ ਇਲੈਕਸ਼ਨ ਇੱਕ ਫਸਾਡ ਹੈ। ਜਿਵੇਂ ਖੜਗੇ ਜੀ ਤੇ ਸ਼ਸ਼ੀ ਥਰੂਰ ਜੀ ਦੀ ਇਲੈਕਸ਼ਨ ਹੋਈ ਸੀ, ਬਟ ਐਵਰੀਬਡੀ ਨਿਊ ਇਟ ਵਾਸ ਰਾਈਟਿੰਗ ਔਨ ਦ ਵਾਲ ਕਿ ਜਿੱਤੂਗਾ ਕੌਣ, ਜਿਹੜਾ ਪਰਿਵਾਰ ਦਾ ਕੈਂਡੀਡੇਟ ਹੈ ਉਹ ਨਹੀਂ ਜਿੱਤਣਾ। ਸਿਮਿਲਰਲੀ ਜਿਹੜੀਆਂ ਇਹ ਇਲੈਕਸ਼ਨਸ ਵੀ ਹੁੰਦੀਆਂ, ਇਹ ਸਿਰਫ ਨਾਂ ਦੀਆਂ ਇਲੈਕਸ਼ਨਸ ਨੇ। ਇਹ ਇਲੈਕਸ਼ਨਸ ਦੇ ਨਾਮ ਤੇ ਇੱਕ ਫਰਾਡ ਹੈ, ਔਰ ਅੱਜ ਸ਼ਿਕਾਰ ਕੌਣ ਹੋ ਰਿਹਾ? ਮੈਂ ਅੱਜ ਕਿਉਂ ਤੁਹਾਡੇ ਪਲੇਟਫਾਰਮ ਤੇ ਬੋਲਣਾ ਚਾਹੂੰਗੀ, ਅੱਜ ਸ਼ਿਕਾਰ ਪੰਜਾਬ ਦਾ ਆਮ ਨੌਜਵਾਨ ਹੋ ਰਿਹਾ। ਇਹ ਉਹਨਾਂ ਦੇ ਪੈਸੇ ਲਵਾਉਂਦੇ ਆ, ਉਹਨਾਂ ਨੂੰ ਝੂਠੇ ਸੁਪਨੇ ਵਿਖਾਉਂਦੇ ਆ, ਪਰ ਡਿਸਾਈਡਡ ਪਹਿਲਾਂ ਤੋਂ ਹੁੰਦਾ ਕਿ ਬਣਨਾ ਕਿਹਨੇ ਹੈ। ਇਹ ਨੋਮੀਨੇਸ਼ਨ ਹੈ। ਡਿਟੇਲ ਦੇ ਵਿੱਚ ਦੱਸ ਸਕਦੇ ਹੋ ਕਿ ਕਿਵੇਂ ਫਰਾਡ ਹੋ ਰਿਹਾ ਔਰ ਕਿਵੇਂ ਸੁਪਨੇ ਦਿਖਾਏ ਜਾਂਦੇ ਨੇ? ਇਹਦੇ ਵਿੱਚ ਗਗਨ ਜੀ ਇਹ ਕੀ ਕਰਦੇ ਨੇ, ਜਦੋਂ ਮੰਨ ਲਓ ਕਿਸੇ ਸਟੇਟ 'ਚ ਇਲੈਕਸ਼ਨ ਹੋਣੀ ਹੈ, ਫॉर ਐਗਜ਼ਾਮਪਲ ਪੰਜਾਬ 'ਚ ਹੋਣੀ ਹੈ, ਤੇ ਇਹ ਪਹਿਲਾਂ ਤਾਂ ਆਪਣੀ ਨੈਸ਼ਨਲ ਟੀਮ 'ਚੋਂ 2-3 ਬੰਦੇ ਭੇਜਦੇ ਆ ਇੱਥੇ ਇੰਚਾਰਜ ਲਗਾ ਕੇ। ਠੀਕ ਹੈ। ਉਹ ਹੁੰਦੇ ਆ ਥੋੜੇ ਤਿਗੜਮਬਾਜ਼, ਤੇਜ਼ ਤਰਾਰ ਬੰਦਿਆਂ ਨੂੰ ਉੱਥੋਂ ਭੇਜਿਆ ਜਾਂਦਾ ਇਸ ਮਿਸ਼ਨ ਤੇ। ਫਿਰ ਉਹ ਆਇਡੈਂਟੀਫਾਈ ਕਰਦੇ ਇੱਥੇ ਉਹ ਨੌਜਵਾਨ ਜਿਹੜੇ ਥੋੜੇ ਬਹੁਤ ਘਰੋਂ ਵੀ ਚੰਗੇ ਹੁੰਦੇ ਆ, ਹੈਨਾ, ਜਿਹੜੇ 4 ਪੈਸੇ ਲਾ ਸਕਦੇ ਨੇ, ਔਰ ਜਿਹੜੇ ਉਹਨਾਂ ਨੂੰ ਇਹ ਜਾ ਕੇ ਇੱਕ ਉਂਗਲ ਲਗਾਉਂਦੇ ਆ ਕਿ ਤੁਸੀਂ ਵੀ ਇਲੈਕਸ਼ਨ 'ਚ ਲੜੋ। ਰਾਹੁਲ ਗਾਂਧੀ ਦੀ ਸੋਚ ਹੈ ਆਮ ਘਰਾਂ ਦੇ ਮੁੰਡਿਆਂ ਨੂੰ ਅੱਗੇ ਲੈ ਕੇ ਆਣਾ, ਜਿਨ੍ਹਾਂ ਦਾ ਪਿੱਛੋਂ ਕੋਈ ਪੋਲੀਟੀਕਲ ਬਹੁਤਾ ਬੈਕਗ੍ਰਾਉਂਡ ਨਹੀਂ ਹੁੰਦਾ, ਉਹਨਾਂ ਨੂੰ ਇਹ ਤਿਆਰ ਕਰਦੇ ਆ। ਠੀਕ ਹੈ। 3-4 ਮਹੀਨੇ ਕੰਮ ਚੱਲਦਾ ਹੈ, ਦਿੱਲੀ ਦੁੱਲੀ ਉਹਨਾਂ ਦੇ ਗੇੜੇ ਲੱਗਦੇ ਹੈ, ਉੱਥੇ ਦਰਸ਼ਨ ਹੁੰਦੇ ਹੈ, ਸੀਨੀਅਰ ਲੀਡਰਾਂ ਨੂੰ ਮਿਲਾਉਂਦੇ ਜਲਾਉਂਦੇ ਹੈਗੇ ਆ, ਬੱਸਾਂ ਬੁੱਸਾਂ ਵੀ ਇਹਨਾਂ ਤੋਂ ਕਿ ਤੁਹਾਡਾ ਪਰਫਾਰਮਰ ਲਿਸਟ ਨਾਮ ਆ ਜਾਊਗਾ, ਤੁਸੀਂ ਹਰ ਧਰਨੇ ਤੇ ਬੱਸਾਂ ਲੈ ਕੇ ਪਹੁੰਚਣਾ ਹੈ, ਇਹ ਕਰਨਾ ਹੈ, ਉਹ ਕਰਨਾ ਹੈ। ਫਿਰ ਜੀ ਉਸ ਤੋਂ ਬਾਅਦ ਜਿਹੜਾ ਵੀ ਕੋਈ ਲੀਡਰ ਦਾ, ਜਿਹੜੀ ਇਲੈਕਸ਼ਨ 'ਚ ਕਿਸੇ ਲੀਡਰ ਦੇ ਮੁੰਡੇ ਨੇ ਜਾਂ ਲੀਡਰ ਦੇ ਬੈਕਡ ਕੈਂਡੀਡੇਟ ਨੇ ਲੜਨਾ ਹੈ, ਉਹਦੇ ਵਿੱਚ ਮੈਂ ਤਾਂ ਕਹਿੰਦੀ ਹਾਂ 99.9% ਇਟ ਇਜ਼ ਡਿਸਾਈਡਡ ਕਿ ਜਿੱਤਣਾ ਉਹ ਨਹੀਂ ਹੈ, ਇਟ ਇਜ਼ ਨਥਿੰਗ ਮੋਰ ਦੈਨ ਅ ਨੋਮੀਨੇਸ਼ਨ। ਤੇ ਇਹ ਬਸ ਸਿਰਫ ਇੱਕ ਇਲੈਕਸ਼ਨ ਦਾ ਇੱਕ ਉਹਨੂੰ ਰੂਪ ਦਿੱਤਾ ਜਾਂਦਾ। ਉਹ ਵੀ ਕਿਉਂ? ਕਿਉਂਕਿ ਜੇ ਕੰਪੀਟੀਸ਼ਨ ਨਹੀਂ ਹੋਊਗਾ, ਹੁਣ ਜੇ ਆਪਾਂ ਪਿਛਲੀ ਇਲੈਕਸ਼ਨ ਦੀ ਐਗਜ਼ਾਮਪਲ ਲਈਏ, ਤੇ ਜੇ ਬ੍ਰਹਮ ਮਹਿੰਦਰਾ ਜੀ ਦੇ ਮੁੰਡੇ ਨੂੰ ਸਿੱਧਾ ਹੀ ਇੱਥੇ ਸਮਝੌਤਾ ਕਰ ਲੈਂਦੇ ਜਾਂ ਸਿੱਧਾ ਹੀ ਉਹਨੂੰ ਡਿਕਲੇਅਰ ਕਰ ਦਿੰਦੇ, ਤਾਂ ਬੇਸ਼ੱਕ ਪੰਜਾਬ ਯੂਥ ਕਾਂਗਰਸ ਦਾ ਪਰਪਸ ਸੋਲਵ ਹੋ ਜਾਂਦਾ, ਪਰ ਦਿੱਲੀ ਦਾ ਪਰਪਸ, ਜਿਹੜਾ ਪੈਸੇ ਇਕੱਠੇ ਕਰਨ ਦਾ ਪਰਪਸ ਹੈ, ਉਹ ਕਿਵੇਂ ਸੋਲਵ ਹੁੰਦਾ? ਜਿਹੜੀ ਇਲੈਕਸ਼ਨ 20-22 ਲੱਖ 'ਚ ਸਿਮਟ ਸਕਦੀ ਸੀ, ਉਹ 15 ਕਰੋੜ ਤੇ ਪਹੁੰਚ ਗਈ ਉਸਦਾ ਬਜਟ। ਇਹ ਇਲੈਕਸ਼ਨ ਦਾ ਬਜਟ 15 ਕਰੋੜ ਸੀ। ਇਸ ਇਲੈਕਸ਼ਨ ਤੇ ਤਕਰੀਬਨ ਸਾਰੇ ਕੈਂਡੀਡੇਟਸ ਦਾ ਮਿਲਾ ਕੇ ਖਰਚਾ, ਜੇ ਤੁਸੀਂ, ਮੈਂ ਤਾਂ ਕਹਿੰਦੀ ਹਾਂ, ਮੈਂ ਤਾਂ ਸਗੋਂ ਇਸ ਪਲੇਟਫਾਰਮ ਤੋਂ ਇਹ ਅਪੀਲ ਕਰਦੀ ਹਾਂ ਸਾਡੀ ਨੈਸ਼ਨਲ BJP ਦੀ ਨੈਸ਼ਨਲ ਟੀਮ ਨੂੰ, ਸਾਡੇ ਪ੍ਰਸ਼ਾਸਨ ਨੂੰ, ਕਿ ਇਹਦੀ ਤਫਤੀਸ਼ ਹੋਣੀ ਚਾਹੀਦੀ ਹੈ। ਇਹ ਪੈਸਾ ਸਾਰਾ IYC ਨੂੰ ਹੀ ਜਾਂਦਾ, ਵਿਚ ਇਜ਼ ਵਾਈ ਇਹ ਕੰਪੀਟੀਸ਼ਨ ਕ੍ਰੀਏਟ ਕੀਤਾ ਜਾਂਦਾ। ਜਿਹੜੇ ਉਹ 3-4 ਮੁੰਡਿਆਂ ਨੂੰ ਉਂਗਲ ਲਾਈ ਜਾਂਦੀ ਹੈ, ਇਸੇ ਲਈ ਲਾਈ ਜਾਂਦੀ ਹੈ ਕਿ ਜੇ ਉਹ ਨਹੀਂ ਲੜਨਗੇ
ਤਾਂ ਮੈਂਬਰਸ਼ਿਪ ਕਰਾਊ ਕੌਣ? ਜੇ ਵੋਟਾਂ ਨਹੀਂ ਪਈਆਂ ਤਾਂ ਪੈਸੇ ਕਿੱਥੋਂ ਆਉਣਗੇ? ਤੇ ਪੈਸਾ ਉਹਨਾਂ ਤੱਕ ਕਿਵੇਂ ਪਹੁੰਚਿਆ ਫਿਰ? ਇਹ ਜਿਹੜੇ ਡੈਲੀਗੇਟਸ ਬਣਦੇ ਆ ਜੀ, ਹਰ ਡੈਲੀਗੇਟ ਦੀ ਇੱਕ ਫੀਸ ਹੁੰਦੀ ਹੈ। 50 ਰੁਪਏ ਸੀਗੀ ਜਿਹੜੀ ਇਸ ਵਾਰ ਆਈ ਥਿੰਕ 50 ਰੁਪਏ ਸੀਗੀ। ਹਰ ਡੈਲੀਗੇਟ ਦੀ 50 ਰੁਪਏ ਫੀਸ ਹੁੰਦੀ ਹੈ। ਐਂਡ ਤੁਸੀਂ ਦੇਖੋ ਕਿੰਨੀ ਕਿੰਨੀ ਲੱਖਾਂ 'ਚ ਭਰਤੀ ਹੋਈ ਹੈ। ਕਿੱਥੇ ਗਿਆ ਪੈਸਾ? ਆਈਵਾਈਸੀ ਕੋਲ ਗਿਆ। ਔਰ ਕਿਹੜਾ ਨੌਜਵਾਨ, ਮੈਂ ਤਾਂ ਇੱਕ ਨੂੰ ਨਹੀਂ ਜਾਣਦੀ ਕਿ ਜਿਹੜਾ ਖੁਦ ਪੱਲਿਓਂ ਪੈਸੇ ਲਾ ਕੇ ਇਹਨਾਂ ਦਾ ਡੈਲੀਗੇਟ ਬਣਦਾ। ਨॉट जस्ट दिस, ਏਜੰਸੀਜ਼ ਹਾਇਰ ਹੋਈਆਂ, ਬੈਂਗਲੌਰ ਤੋਂ ਕੰਪਨੀਆਂ ਆਈਆਂ ਜਿਨ੍ਹਾਂ ਨੇ ਆਈਵਾਈਸੀ ਦਾ ਵੀ ਇਲੈਕਸ਼ਨ ਮੋਡਿਊਲ ਥਰੂ ਐਨ ਐਪ ਚਲਾਇਆ ਜੀ। ਐਂਡ ਕੈਂਡੀਡੇਟਸ ਨੇ ਏਜੰਸੀਜ਼ ਹਾਇਰ ਕੀਤੀਆਂ 2-2 3-3 ਕਰੋੜ ਤੇ, ਜਿਨ੍ਹਾਂ ਨੇ ਵੋਟਾਂ ਪਵਾਈਆਂ। ਔਰ ਇੱਕ ਏਜੰਸੀ ਆਉਂਦੀ ਸੀ ਵੋਟਾਂ ਪਵਾਉਣ ਵਾਸਤੇ, ਇੱਕ ਏਜੰਸੀ ਆਉਂਦੀ ਸੀ ਜਿਹੜੀ ਕਹਿੰਦੀ ਸੀ ਅਸੀਂ ਹੈਕ ਕਰਦੇ ਆ, ਦੂਜੇ ਦਾ ਸਿਸਟਮ ਹੈਕ ਕਰਕੇ ਵੋਟਾਂ ਤੁਹਾਡੀਆਂ ਵਧਵਾ ਦਿੰਨੇ ਆ, ਉਹਦੀਆਂ ਘਟਾ ਦਿੰਨੇ ਆ। ਸੋ ਮਤਲਬ ਇਟ ਇਜ਼ ਆਲ ਅ ਬਿਗ ਨੈਟਵਰਕ ਐਂਡ ਇਟ ਇਜ਼ ਆਲ ਅ ਸਕੀਮ ਆਫ ਕਲੈਕਟਿੰਗ ਮਨੀ ਬੇਸਿਕਲੀ। ਮੈਂ ਦੇਖਿਆ ਕਿਉਂਕਿ ਬਹੁਤ ਸਾਰੇ ਜਿਹੜੇ ਇਹੋ ਜਿਹੇ ਨੌਜਵਾਨ ਸੀਗੇ ਜਿਨ੍ਹਾਂ ਨੂੰ ਉੱਥੇ ਥਾਂ ਨਹੀਂ ਦਿੱਤੀ ਆ, ਕਹਿ ਲਓ ਕਿ ਸੱਦਾ ਪੱਤਰ ਨਹੀਂ ਦਿੱਤਾ ਉੱਥੇ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਦੇ ਸੌਂਚੁਕ ਸਮਾਗਮ ਦੇ ਵਿੱਚ, ਤਾਂ ਉਹਨਾਂ ਦੇ ਚਿਹਰੇ ਦੇਖ ਕੇ ਪਤਾ ਚੱਲਦਾ ਸੀ ਤਾਂ ਬੜੇ ਆਮ ਘਰਾਂ ਦੇ ਇੱਕ ਬੜੀ ਉਹਨਾਂ ਨੂੰ ਉਮੀਦ ਸੀਗੀ ਕਿ ਅਸੀਂ ਆਵਾਂਗੇ। ਗੱਲ ਤਾਂ ਇਹੀ ਹੈ, ਹੁਣ ਤੁਸੀਂ ਗੱਲ ਕਰ ਰਹੇ ਹੋ, ਮੈਂ ਇਸ ਆਰਗੇਨਾਈਜੇਸ਼ਨ ਦਾ ਹਿੱਸਾ ਰਹੀ ਹਾਂ। ਹੁਣ ਤੁਸੀਂ ਕਹੋਗੇ ਕਿ ਤੁਸੀਂ ਉਦੋਂ ਨਹੀਂ ਬੋਲੇ, ਉਦੋਂ ਫਿਜ਼ੀਕਲ ਇਲੈਕਸ਼ਨ ਹੁੰਦੀ ਸੀ। ਪਹਿਲੀ ਗੱਲ ਤਾਂ ਹੁੰਦਾ ਤੁਹਾਡੇ ਵੇਲੇ ਜਦੋਂ ਐਨਐਸਯੂ ਦੀ ਹੋਈ ਉਦੋਂ ਫਿਜ਼ੀਕਲ ਸੀ, ਪਰਚੀਆਂ ਰਾਹੀਂ ਹੁੰਦੀ ਸੀ। ਸੋ ਬੱਚੇ ਜਿਹੜੇ ਫਿਜ਼ੀਕਲੀ ਬੱਸਾਂ 'ਚ ਅਸੀਂ ਢੋ ਕੇ ਉਹਨਾਂ ਨੂੰ ਇਲੈਕਸ਼ਨ ਸੈਂਟਰਾਂ ਤੇ ਲਿਜਾਂਦੇ ਸੀ, ਉੱਥੇ ਜਾ ਕੇ ਪਰਚੀਆਂ ਤੇ ਵੋਟ ਪਾਉਂਦੇ ਸੀ। ਔਰ ਯੂਥ ਵੇਲੇ ਵੀ ਪਰਚੀਆਂ 'ਚ ਵੋਟ ਪੈਂਦੀ ਸੀਗੀ। ਐਂਡ ਇਸ ਕਰਕੇ ਉਦੋਂ ਇਨਫਲੂਐਂਸ ਹੁੰਦਾ ਸੀ ਪੋਲੀਟੀਕਲ, ਪਰ ਫਾਈਨੈਂਸ਼ੀਅਲ ਸਟੇਕਸ ਇੰਨੇ ਹਾਈ ਨਹੀਂ ਸੀ। ਹੁਣ ਮੈਂ ਤੁਹਾਨੂੰ ਦੱਸਿਆ ਦਿਸ ਟਾਈਮ, ਹੁਣ ਆਮ ਘਰ, ਕਿਹੜਾ ਆਮ ਘਰ ਦਾ ਬੱਚਾ 2-3-4 ਕਰੋੜ ਰੁਪਇਆ ਯੂਥ ਕਾਂਗਰਸ ਦੀ ਇਲੈਕਸ਼ਨ ਤੇ ਲਗਾ ਕੇ ਜਿਹੜਾ ਲਗਾਉਣ ਦੀ ਸ਼ਮਤਾ ਰੱਖਦਾ, ਉਹ ਆਮ ਘਰ ਦਾ ਬੱਚਾ ਕਿੱਥੋਂ ਹੋਊਗਾ? ਔਰ ਜੇ ਉਹ ਲਾ ਰਿਹਾ ਹੈ ਤੇ ਉਹਨੂੰ ਤੁਸੀਂ ਐ ਠੱਪ ਕਰ ਦਿੰਨੇ ਹੋ ਬਾਅਦ ਚ, ਔਰ ਜਿਤਾ ਇੱਕ ਲੀਡਰ ਦੇ ਮੁੰਡੇ ਨੂੰ ਦਿੰਨੇ ਹੋ ਜੀ, ਹੈ ਨਾ, ਬਿਕੋਜ਼ ਇਟ ਵਾਸ ਆਲ ਥਰੂ ਐਨ ਐਪ। ਹੁਣ ਮੈਂ ਤਾਂ ਇਹਦੇ ਵਿੱਚ ਤਾਂ ਕੀ ਕਹਿੰਦੇ ਆ, ਉਦੈਵੀਰ ਹੋਣੀ ਵੀ ਦੀਪਿੰਦਰ ਢਿੱਲੋਂ ਦੇ ਬੇਟੇ ਸੀਗੇ, ਤਾਂ ਉਹ ਵੀ ਲੀਡਰ ਦੇ ਮੁੰਡੇ ਸੀਗੇ। ਤਾਂ ਬਿਲਕੁਲ ਲੀਡਰ ਦੇ ਮੁੰਡੇ ਸੀਗੇ, ਪਰ ਹੋ ਸਕਦਾ ਹੈ ਉਦੈਵੀਰ ਦੀ ਉਨੀ ਸ਼ਮਤਾ ਨਾ ਹੋਵੇ, ਬਿਕੋਜ਼ ਇਟ ਵਾਸ ਸਟੇਕਸ ਹੈਡ ਗੋਨ ਸੋ ਹਾਈ। ਇੱਕ ਐਪ ਹੈ ਵੀ ਜੀ, ਉਹਦੇ ਚ ਕਿਸੇ ਨੇ 3 ਲੱਖ ਭਰਤੀ ਕਰਾਈ, ਕਿਸੇ ਨੇ 1.5 ਕਰਾਈ, ਕਿਸੇ ਨੇ 2 ਕਰਾਈ। ਮੈਂ ਤੁਹਾਨੂੰ ਦੱਸਿਆ ਇਟ ਵਾਸ ਡਿਸਾਈਡਡ ਕਿ ਕਿੰਨੇ ਬਣਨਾ, ਵੈਦਰ ਉਹ ਕਿਵੇਂ ਸੈਟਿੰਗ ਹੋਈ ਆਈ ਡੋਨਟ ਨੋ, ਇਟ ਵਾਸ ਇਨਫਲੂਐਂਸ ਔਰ ਸਮਥਿੰਗ ਐਲਸ ਜੀ। ਬਟ ਇੱਕ ਐਪ ਚੋਂ ਤੁਸੀਂ ਕਿਸੇ ਦੀ 50,000 80,000 ਕਿਸੇ ਵੀ ਗਰਾਊਂਡ ਤੇ ਵੋਟ ਉਡਾ ਦੋ, ਉਹਦਾ ਕੋਈ ਕੀ ਕਰ ਸਕਦਾ? ਪਰਚੀਆਂ 'ਚ ਇਹ ਨਹੀਂ ਨਾ ਹੁੰਦਾ। ਦੈਟ ਇਜ਼ ਵਾਈ ਪਰਚੀਆਂ ਵਾਲੀ ਜਿਹੜੀ ਇਲੈਕਸ਼ਨ ਹੁੰਦੀ ਸੀ ਉਹ ਮੈਨੇਜ ਨਹੀਂ ਸੀ ਹੋ ਸਕਦੀ। ਉਹਦੇ ਵਿੱਚ ਪੋਲੀਟੀਕਲ ਇਨਫਲੂਐਂਸ ਨਾਲ ਵੋਟਾਂ ਵੱਧ ਘੱਟ ਪੈ ਜਾਂਦੀਆਂ ਸੀਗੀਆਂ। ਦੈਟ ਵਾਸ ਅ ਸੈਪਰੇਟ ਥਿੰਗ। ਸ਼ਿਕਾਇਤਾਂ ਵੀ ਹੁੰਦੀਆਂ ਸੀ, ਰੌਲਾ ਵੀ ਪੈਂਦਾ ਸੀ। ਤੁਹਾਨੂੰ ਸ਼ਾਇਦ ਯਾਦ ਹੋਣਾ ਬਈ ਜਟਾਣੇ ਨੇ ਇੱਕ ਵਾਰੀ ਬਹੁਤ ਵੱਡੇ ਵੱਡੇ ਆਰੋਪ ਉਦੋਂ ਵੀ ਲਗਾਏ ਸੀ। ਸੋ ਰੌਲਾ ਹਮੇਸ਼ਾ ਤੋਂ ਪੈਂਦਾ ਆਇਆ। ਬਟ ਦਿਸ ਟਾਈਮ ਇਹਨਾਂ ਨੇ ਉਸ ਚੀਜ਼ ਨੂੰ ਇੱਕ ਪੂਰਾ, ਇਹਨਾਂ ਦੇ ਨਾ ਕਾਂਗਰਸੀਆਂ ਦੇ ਕੱਪੜੇ ਸਿਰਫ ਗਾਂਧੀਵਾਦ ਵਾਲੇ ਰਹਿ ਗਏ ਆ। ਇਹਨਾਂ ਦੇ ਜਿਹੜੇ ਇੰਚਾਰਜ ਉੱਥੋਂ ਦਿੱਲੀੋਂ ਆਉਂਦੇ, ਤੁਸੀਂ ਦੇਖੋ ਫਟੇ ਬੂਟ ਤੇ ਫਟੀਆਂ ਟੀ-ਸ਼ਰਟਾਂ ਪਾ ਕੇ ਜ਼ਰੂਰ ਆ ਜਾਂਦੇ ਆ, ਪਰ ਇਹ ਚਲਾ ਯੂਥ ਕਾਂਗਰਸ ਨੂੰ ਇੱਕ ਮਲਟੀਨੈਸ਼ਨਲ ਕੰਪਨੀ ਵਾਂਗ ਰਹੇ ਹੈ। ਔਰ ਦਿਸ ਇਜ਼ ਅ ਵੇ ਆਫ ਕਲੈਕਟਿੰਗ ਮਨੀ। ਹੋਰ ਪੈਸਾ ਕਿੱਥੋਂ ਆਏਗਾ? ਦਿਸ ਇਜ਼ ਦ ਵੇ ਆਫ ਕਲੈਕਟਿੰਗ। ਹਾਲਾਂਕਿ ਜਿਵੇਂ ਤੁਸੀਂ ਗੱਲਾਂ ਕਹਿ ਰਹੇ ਹੋ, ਜੋ ਤੁਹਾਡੇ ਵੱਲੋਂ ਇਹ ਚੀਜ਼ਾਂ ਦੱਸੀਆਂ ਜਾ ਰਹੀਆਂ, ਉਹਨਾਂ ਦਾ ਇਹ ਕਹਿਣਾ ਹੋਊਗਾ ਕਿ ਇਹ ਤਾਂ ਬੇਬੁਨਿਆਦ ਝੂਠ ਬੋਲਿਆ ਜਾ ਰਿਹਾ ਹੈ, ਇਸ ਵਿੱਚ ਕੋਈ ਤੱਥ ਨਹੀਂ ਹੈ, ਕਿਉਂਕਿ ਤੁਸੀਂ ਬੀਜੇਪੀ ਦੇ ਵਿੱਚੋਂ, ਔਰ ਕਹਿਣਗੇ ਕਿ ਬੀਜੇਪੀ ਦਾ ਕੰਮ ਹੈ ਕਿ ਸਾਨੂੰ ਡੀਫੇਮ ਕਰਨਾ। ਮੈਂ ਤਾਂ ਕਹਿ ਰਹੀ ਏਜੰਸੀਜ਼ ਤੋਂ ਤਫਤੀਸ਼ ਕਰਾਈਦਾ ਹੈ। ਮੈਂ ਕਹਿ ਰਿਹਾ ਕਿ ਲੱਗਦਾ ਜੇ ਫੇਅਰ ਐਂਡ ਫ੍ਰੀ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਇਹਦੇ ਵਿੱਚੋਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ। ਕਿੰਨੇ ਕਰੋੜ ਕੈਂਡੀਡੇਟਸ ਨੇ ਖਰਚੇ, ਕਿੱਥੇ ਗਿਆ ਉਹ ਪੈਸਾ? ਐਂਡ ਉਹ ਕਿਸੇ ਪਬਲਿਕ ਵੈਲਫੇਅਰ ਲਈ ਤਾਂ ਯੂਜ਼ ਹੋਇਆ ਨਹੀਂ ਹੈ ਨਾ। that money has gone to the Congress party. ਉਹਨੂੰ ਜਿਵੇਂ ਮਰਜ਼ੀ ਜਸਟੀਫਾਈ ਕਰਨ, that is their internal system. I have nothing to do with it. But I am saying ਕਿ ਜਿੱਥੇ ਇੱਕ ਆਮ ਘਰ ਦੇ ਬੱਚੇ ਦੇ ਤੁਸੀਂ ਉਹਨੂੰ ਇੱਕ ਸੁਪਨਾ ਵਿਖਾਉਂਦੇ ਹੋ ਕਿ ਅਸੀਂ ਆਮ ਘਰ ਦੇ ਬੱਚਿਆਂ ਨੂੰ ਅੱਗੇ ਲਿਆ ਰਹੇ ਹਾਂ, ਰਾਜਨੀਤੀ 'ਚ ਅੱਗੇ ਲਿਆ ਰਹੇ ਹਾਂ, ਅਸੀਂ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਰਹੇ, ਉਹਨਾਂ ਤੋਂ ਮੈਂ ਕਹਿੰਦੀ ਹਾਂ ਪਾਰਟੀਆਂ ਉਹ ਚੰਗੀਆਂ ਜਿਹੜੀਆਂ ਨੋਮੀਨੇਸ਼ਨ ਕਰ ਦਿੰਦੀਆਂ। ਘੱਟੋ ਘੱਟ ਬੱਚਿਆਂ ਦੇ ਕਰੋੜਾਂ ਤਾਂ ਨਹੀਂ ਉਜੜਵਾਉਂਦੀਆਂ। ਹੁਣ ਜਿਹੜੇ ਮੁੰਡੇ ਨੇ, ਤੁਹਾਡੇ ਤੇ ਬਰਿੰਦਰ ਟਾਈਮ ਵੀ ਹੋਇਆ ਸੀ ਇਹ ਚੀਜ਼। ਦੇਖੋ ਮੈਂ ਉਦੋਂ ਇੰਟਰਵਿਊ ਸੁਣ ਰਹੀ ਸੀ ਬਰਿੰਦਰ ਜੀ ਦੀ, ਉਹ ਤਾਂ ਆਪ ਆਪਣੀ ਇੰਟਰਵਿਊ 'ਚ ਮੰਨ ਗਏ ਕਿ ਮੈਨੂੰ ਵੀ ਸਪੋਰਟ ਸੀਗੀ ਲੀਡਰਾਂ ਦੀ। ਬਟ ਯੈਸ ਆਈ ਵਾਸ ਵਾਈਜ਼ ਇਨਫ ਕਿ ਮੈਂ ਹੁਣ ਆਪਣੇ ਘਰ ਵਾਲੇ ਦੇ ਕਿੱਲੇ ਤਾਂ ਵਿਖਾਉਣੇ ਨਹੀਂ ਸੀਗੇ, ਹੈ ਨਾ। ਸੋ ਮੈਂ ਆਪ ਹੀ ਬੈਕ ਆਊਟ ਕਰ ਗਈ ਸੀ। ਐਂਡ ਬੀਇੰਗ ਅ ਫੀਮੇਲ, ਮੈਨੂੰ ਵਾਈਸ ਪ੍ਰੈਜ਼ੀਡੈਂਟ ਜਿੰਨੀਆਂ ਵੋਟਸ ਪੈ ਗਈਆਂ ਸੀਗੀਆਂ, ਸੋ ਮੈਂ ਵਾਈਸ ਪ੍ਰੈਜ਼ੀਡੈਂਟ ਬਣਨਾ ਉਸ ਵੇਲੇ ਪ੍ਰੈਫਰ ਕੀਤਾ, ਕਿਉਂਕਿ ਕੋਸ਼ਿਸ਼ ਮੈਨੂੰ ਵੀ ਕੀਤੀ ਗਈ ਸੀ ਕਿ ਇਹਨੂੰ ਇਹ ਵੀ ਲੜੂਗੀ ਤਾਂ ਹੀ ਕੰਪੀਟੀਸ਼ਨ ਬਣੂਗਾ। 20-40 ਲੱਖ ਇਹ ਲਾਊਗੀ ਤੇ ਉਹਨੇ ਬਰਿੰਦਰ ਲਾਉਂਦਾ, ਮਤਲਬ ਕੋਸ਼ਿਸ਼ਾਂ ਤਾਂ ਹੋਈਆਂ ਸੀ। ਬਟ ਮੇਰੀ ਵਾਰੀ
ਇਹ ਹੈ ਕਿ ਲੀਡਰਸ਼ਿਪ ਉਸ ਵੇਲੇ ਬਰਿੰਦਰ ਨੂੰ ਫॉर ਸਮ ਰੀਜ਼ਨ ਬੈਕ ਕਰ ਰਹੀ ਸੀ। ਔਰ ਇਸ ਵਾਰ ਤਾਂ ਦੋ ਸਾਹਮਣੇ ਖੜੇ ਕਰਤੇ ਸੀਗੇ, ਅਕਸ਼ੇ ਵੀ ਸੀਗਾ, ਉਦੈਵੀਰ ਵੀ ਸੀਗਾ, ਤਾਂ ਇਹਨਾਂ ਨੂੰ ਕੀ ਪ੍ਰਵੋਕ ਕੀਤਾ ਗਿਆ ਕਿ ਤੁਸੀਂ ਲੜੋ ਪਿੱਛੋਂ ਬੈਕਿੰਗ ਸੀਗੀ? ਤੁਸੀਂ ਮਤਲਬ ਆਪਾਂ ਹੁਣ ਪੰਜਾਬ ਦੀ ਐਗਜ਼ਾਮਪਲ ਮਤਲਬ ਤੁਸੀਂ ਦੇ ਰਹੇ ਹੋ, ਬਟ ਆਈ ਐਮ ਗਿਵਿੰਗ ਯੂ ਅ ਜਨਰਲ ਵਿਊ ਪੁਆਇੰਟ ਦੈਟ ਦਿਸ ਇਜ਼ ਵਾਟ ਦੇ ਜਨਰਲੀ ਡੂ। ਯੂ ਨੋ ਦੇ ਹੈਵ ਅ ਸੈਟ। ਤੁਸੀਂ ਹਿਮਾਚਲ ਦੇ ਵਿੱਚ ਵੀ ਇੰਚਾਰਜ ਰਹੇ ਹੋ, ਇਲੈਕਸ਼ਨ ਤੁਸੀਂ ਕਰਵਾਈਆਂ, ਤਾਂ ਉੱਥੇ ਵੀ ਸਿਸਟਮ ਕੀ ਐਵੇਂ ਸੀ? ਮੈਂ ਦੱਸਿਆ ਨਾ, ਇਲੈਕਸ਼ਨ ਤੋਂ ਪਹਿਲਾਂ ਇਹ ਭੇਜਦੇ ਤੇਜ਼ ਤਰਾਰ ਬੰਦੇ, ਇਲੈਕਸ਼ਨ ਤੋਂ ਬਾਅਦ ਮੈਂ ਗਈ ਸੀ, ਇਲੈਕਸ਼ਨ ਤੋਂ ਬਾਅਦ ਫਿਰ ਸਾਨੂੰ ਭੇਜਿਆ ਕਿ ਅਸੀਂ ਉੱਥੇ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੇ 'ਚ ਬੈਲੈਂਸ ਜਿਹਾ ਬਣਾ ਦਈਏ। ਉੱਥੇ ਹੋਇਆ ਹਿਮਾਚਲ 'ਚ ਵੀ ਕੁਝ ਸੇਮ ਸੀ, ਬਟ ਉੱਥੇ ਕੀ ਹੋਇਆ ਸੀ, ਅਗੇਨ ਇਟ ਵਾਸ ਅ ਫਿਜ਼ੀਕਲ ਇਲੈਕਸ਼ਨ। ਮੇਰੇ ਖਿਆਲ ਜਾਂ ਪਰਚੀਆਂ ਨਾਲ ਵੋਟ ਪਈ ਸੀ, ਉਦੋਂ ਫੋਨ ਰਾਹੀਂ ਪਈ ਸੀ, ਨਾਟ ਥਰੂ ਐਪ। ਤੇ ਉਦੋਂ ਇੱਕ ਆਮ ਘਰ ਦਾ ਮੁੰਡਾ ਜਿੱਤ ਗਿਆ ਸੀਗਾ, ਤੇ ਜਿਹੜਾ ਲੀਡਰਸ਼ਿਪ ਬੈਕਡ ਮੁੰਡਾ ਸੀ ਉਹ ਹਾਰ ਗਿਆ ਸੀ, ਪਰ ਉੱਥੇ ਉਹਨਾਂ ਨੇ ਉਹਨੂੰ ਵਰਕਿੰਗ ਪ੍ਰਧਾਨ ਲਾਤਾ ਜਸਟ ਇਸ ਆਮ ਘਰ ਦੇ ਮੁੰਡੇ ਨੂੰ ਠੱਪਣ ਲਈ ਔਰ ਲੀਡਰਸ਼ਿਪ ਨੂੰ ਇੰਪ੍ਰੈਸ ਕਰਨ ਲਈ। ਸੋ ਇਹ ਸਿੱਧੇ ਹੀ ਕਹਿ ਦੇਣ ਕਿ ਬਈ ਜੀ ਤੁਸੀਂ ਲੀਡਰਸ਼ਿਪ ਦੇ ਜੁੱਤੇ ਝਾੜੋ ਤੇ ਰਾਜਨੀਤੀ ਕਰੋ। ਤਾਂ ਮਤਲਬ ਕੀ ਸਮਝੀਏ, ਜਿਹੜੇ ਆਮ ਘਰ ਦੇ ਮੁੰਡੇ ਨੇ ਕਿ ਉਹ ਅੱਗੇ ਤੋਂ ਇਲੈਕਸ਼ਨ ਨਾ ਲੜਨ ਫਿਰ? ਨਹੀਂ, ਗੱਲ ਇਹ ਹੈ ਨਾ, ਆਮ ਘਰ ਦੇ ਲੜਕਿਆਂ ਨੂੰ ਬਿਲਕੁਲ ਲੜਨ, ਇਹੋ ਜਿਹੀ ਪਾਰਟੀਆਂ ਚੋਂ ਲੜਨ ਜਿਹੜੀਆਂ ਕਿ ਇਸ ਤਰੀਕੇ ਦੇ ਉਹਨਾਂ ਨੂੰ ਝੂਠੇ ਸੁਪਨੇ ਨਾ ਵਿਖਾਣ, ਜਿਹੜੇ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਦੇਣ। ਮੈਂ ਤਾਂ ਅਪੀਲ ਕਰੂੰਗੀ ਨੌਜਵਾਨਾਂ ਨੂੰ ਕਿ ਭਾਜਪਾ ਵਰਗੀ ਪਾਰਟੀ ਜਿਹਦੇ ਵਿੱਚ ਡਿਸਪਲਿਨ ਹੈ, ਅੱਜ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ, ਔਰ ਇਸ ਪਾਰਟੀ ਵਿੱਚ ਤੁਹਾਨੂੰ ਤੁਹਾਡੇ ਟੈਲੈਂਟ ਨੂੰ ਜਿਹੜਾ ਹੈ ਉਹ ਪਛਾਣਿਆ ਜਾਂਦਾ ਹੈ, ਔਰ ਇੱਕ ਤੁਹਾਨੂੰ ਲੈਵਲ ਫੀਲਡ। ਮੇਰਾ ਲੀਡਰਾਂ ਦੇ ਮੁੰਡਿਆਂ ਨਾਲ ਜਾਂ ਲੀਡਰਾਂ ਦੇ ਬੱਚਿਆਂ ਨਾਲ ਜਾਂ ਉਹਨਾਂ ਦੇ ਬੈਕਡ ਕੈਂਡੀਡੇਟਸ ਦੇ ਖਿਲਾਫ ਕੋਈ ਸੈਂਟੀਮੈਂਟ ਨਹੀਂ ਹੈਗਾ। ਆਈ ਡੋਂਟ ਸੇ ਕਿ ਉਹ ਸਾਰੇ ਮਾੜੇ ਨੇ ਜਾਂ ਉਹ ਸਾਰੇ ਜੇ ਬਣਦੇ ਆ ਤਾਂ ਗਲਤ ਬਣਦੇ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਕਿਸੇ ਦਾ ਹੱਕ ਨਾ ਮਾਰਨ। ਜੇ ਤੁਸੀਂ ਕਿਸੇ ਨੂੰ ਬਣਾਉਣਾ ਹੈ ਤਾਂ ਘੱਟੋ ਘੱਟ ਕਿਸੇ ਆਮ ਘਰ ਦੇ ਬੱਚੇ ਨੂੰ, ਕਿਸੇ ਨਾਨ ਪੋਲੀਟੀਕਲ ਫੈਮਿਲੀ ਦੇ ਬੱਚੇ ਨੂੰ ਸੁਪਨਾ ਤਾਂ ਨਾ ਵਿਖਾਓ ਕਿ ਆਰਗੇਨਾਈਜੇਸ਼ਨ ਤੁਹਾਡੇ ਪਿੱਛੇ ਖੜੀ ਹੈ। ਹੁਣ ਪੰਜਾਬ ਵਿੱਚ ਵੀ ਜਿਹੜੇ ਦੂਜੇ ਦੋ ਕੈਂਡੀਡੇਟਸ ਹੈ, ਉਹਨਾਂ ਨੂੰ ਤਿਆਰ ਹੀ ਇਸ ਲਈ ਕੀਤਾ ਗਿਆ ਕਿ ਪੈਸੇ ਖਰਚਣਗੇ ਤਾਂ ਹੀ ਇਲੈਕਸ਼ਨ ਵਿੱਚੋਂ ਪੈਸਾ ਬਣੇਗਾ। ਜੇ ਸਿੱਧਾ ਨੋਮੀਨੇਸ਼ਨ ਹੋ ਜੂਗੀ ਤਾਂ ਫਿਰ ਦਿੱਲੀ ਨੂੰ ਪੈਸਾ ਕਿੱਥੋਂ ਬਣੂਗਾ? ਸੋ ਦ ਥਿੰਗ ਇਜ਼ ਕਿ ਜਿੱਥੇ ਕਿਸੇ ਆਮ ਘਰ ਦੇ ਬੱਚੇ ਜਾਂ ਨੌਜਵਾਨ ਦਾ ਹੱਕ ਮਾਰਿਆ ਜਾਂਦਾ ਹੈ, ਉੱਥੇ ਸਾਡੀ ਆਵਾਜ਼ ਉਠਾਉਣੀ ਬਣਦੀ ਹੈ। ਇਹ ਤਾਂ ਜਿੱਥੇ ਆਮ ਘਰ ਦੇ ਬੱਚੇ ਨਾਲ ਕੁੱਟਮਾਰ ਵੀ ਹੋਈ ਹੈ, ਇਹ ਤਾਂ ਉੱਥੇ ਵੀ ਆਪਣੇ ਹੀ ਮੁੰਡੇ ਦੇ ਨੂੰ ਥਪਥਪਾ ਰਹੇ ਨੇ। ਰਾਜਾ ਵੜਿੰਗ ਜਿਹੜੇ ਨੇ ਕਹਿ ਰਹੇ ਨੇ, ਕਹਿੰਦੇ ਕਿ 23 ਸਾਲਾਂ ਦਾ ਮੁੰਡਾ ਨਹੀਂ ਲੜੂਗਾ ਤਾਂ ਹੋਰ ਕੌਣ ਲੜੂਗਾ? ਦੇਖੋ, ਵਿਚ ਇਜ਼ ਸੋ ਅਨਫੋਰਚੂਨੇਟ। ਮਤਲਬ ਬਈ ਰਾਜਾ ਕਾਂਗਰਸ ਵਿੱਚ ਮਤਲਬ ਸਾਡੇ ਤਾਂ ਗੁਰੂ ਰਹੇ ਨੇ, ਅਸੀਂ ਬਹੁਤ ਕੁਝ ਉਹਨਾਂ ਤੋਂ ਸਿੱਖਿਆ ਵੀ ਹੈ, ਬਟ ਇੱਕ ਨੌਜਵਾਨ ਜਿਹਦਾ ਇੱਕ ਇਹੋ ਜਿਹਾ ਜਿਹਦਾ ਇੱਕ ਮੁੱਦਾ ਖੜਾ ਹੋਇਆ, ਇੱਕ ਕਿਸੇ ਲੀਡਰ ਦਾ ਬੱਚਾ, ਉਹਨੇ ਇਸ ਚੀਜ਼ ਦੀ ਸ਼ਹਿ ਲੈ ਕੇ ਕਿਸੇ ਇੱਕ ਆਮ ਘਰ ਦੇ ਨੌਜਵਾਨ ਨੂੰ ਇਸ ਤਰੀਕੇ ਨਾਲ ਗੁੰਡਾਗਰਦੀ ਕੀਤੀ ਹੈ ਨਾ, ਉਹਨੂੰ ਤੁਸੀਂ ਯੂ ਕੁਡ ਹੈਵ ਕੈਪਟ ਕੁਆਇਟ। ਤੁਸੀਂ ਉਹਨੂੰ ਪਬਲਿਕਲੀ ਥਾਪੜਾ ਦੇ ਰਹੇ ਹੋ ਕਿ ਜੇ ਤੁਸੀਂ ਨਹੀਂ ਲਓ, ਕੀ ਮੈਸੇਜ ਦੇਣਾ ਚਾਹੁੰਦੇ ਕਿ ਦੇ ਆਰ ਟ੍ਰਾਈਂਗ ਟੂ ਸੇ ਕਿ ਯੰਗਸਟਰਸ ਸ਼ੁੱਡ ਗੋ ਐਂਡ ਉਹ ਮਤਲਬ ਉਹ ਕਿਸੇ ਤੇ ਹਾਵੀ ਹੋਣਾ ਚਾਹੀਦਾ ਕਿਉਂਕਿ ਉਹ ਇੱਕ ਲੀਡਰ ਦਾ ਮੁੰਡਾ ਹੈ। ਔਰ ਤੁਸੀਂ ਉਹ ਪੂਰਾ ਇਨਸੀਡੈਂਟ ਦੇਖੋ, ਕਿੰਨਾ ਮਤਲਬ ਉਹਦੇ ਵਿੱਚ ਇਹ ਗਲਤ ਇੱਕ ਪਰਸੈਪਸ਼ਨ, ਗਲਤ ਪਰਸੈਪਸ਼ਨ ਨਹੀਂ, ਕਿੰਨਾ ਗਲਤ ਉਹਦੇ ਵਿੱਚ ਹੋਇਆ ਹੈ ਕਿ ਇੱਕ ਆਮ ਘਰ ਦਾ ਲੜਕਾ, ਉਸਦੀ ਸੁਣਵਾਈ ਨਹੀਂ ਕੀਤੀ ਗਈ ਔਰ ਬਰਾਬਰ ਪਰਚੇ ਦੋਨਾਂ ਤੇ ਕਰਤੇ, ਜਦ ਕਿ ਉਹ ਸ਼ਰੇਆਮ ਕਹਿ ਰਿਹਾ ਕਿ ਮੇਰੇ ਨਾਲ ਧੱਕਾ ਹੋਇਆ। ਐਂਡ ਨਾਟ ਜਸਟ ਦੈਟ, ਇਹਨਾਂ ਦਾ ਆਪਣਾ ਆਫਿਸ ਬੇਰਰ ਜਲਾਲਾਬਾਦ ਦਾ ਜਿੱਤਿਆ ਹੋਇਆ ਜ਼ਿਲ੍ਹਾ ਪ੍ਰਧਾਨ ਜਿਹੜਾ ਉਸਦੇ ਹੱਕ 'ਚ ਖੜਿਆ, ਉਹਨੂੰ ਇੱਕ ਨੋਟਿਸ ਦੇ ਕੇ ਸਸਪੈਂਡ ਕਰਤਾ। ਜਿਹੜਾ ਸਹਿਜਪਾਲ ਬਰਾੜ, ਉਹ ਕਿੰਨਾ ਚੰਗਾ ਬੋਲਦਾ ਮੁੰਡਾ, ਮੈਂ ਸੋਸ਼ਲ ਮੀਡੀਆ ਤੇ ਹੀ ਦੇਖਿਆ ਸੀ। ਮਤਲਬ ਉਸ ਲੜਕੇ ਨੇ ਉਹਦਾ ਸਾਥ ਦਿੱਤਾ, ਉਹਦਾ ਇਹੀ ਕਸੂਰ ਸੀ। ਉਹ ਤਾਂ ਇਲੈਕਸ਼ਨ ਜਿੱਤਿਆ ਹੋਇਆ ਹੈ, ਡਿਕਲੇਅਰਡ ਪ੍ਰਧਾਨ ਹੈ ਤੁਹਾਡਾ। ਰਾਜਾ ਵੜਿੰਗ ਦਾ ਖਾਸ ਵੀ ਬਹੁਤ ਸੀ, ਉਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ, ਬਟ ਇੱਕ ਕੱਲਾ ਨੋਟਿਸ ਉਹਨੂੰ ਮੇਲ ਰਾਹੀਂ ਭੇਜ ਕੇ ਤੁਸੀਂ ਉਹਨੂੰ ਸਸਪੈਂਡ ਕਰ ਰਹੇ ਹੋ, ਤਾਂ ਇਹ ਮਤਲਬ ਇਹਦਾ ਮਤਲਬ ਤਾਂ ਤੁਸੀਂ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਇਹ ਇਸ਼ਾਰਾ ਦੇ ਰਹੇ ਹੋ ਕਿ ਜੇ ਤਾਂ ਤੁਸੀਂ ਲੀਡਰਾਂ ਦੇ ਥੱਲੇ, ਉਹਨਾਂ ਦੇ ਬੱਚਿਆਂ ਥੱਲੇ ਲੱਗ ਕੇ ਰਹੋਗੇ ਤਾਂ ਤੁਸੀਂ ਠੀਕ ਹੋ, ਤੇ ਜੇ ਤੁਸੀਂ ਕਿਤੇ ਵੀ ਆਵਾਜ਼ ਉਠਾਈ ਜਾਂ ਤੁਸੀਂ ਆਪਣਾ ਹੱਕ ਮੰਗਿਆ ਜਾਂ ਤੁਸੀਂ ਕਿਤੇ ਲੀਡਰ ਦੇ ਮੁੰਡੇ ਦੇ ਮੁਕਾਬਲੇ 'ਚ ਆਪਣੇ ਆਪ ਨੂੰ ਖੜਾ ਕੀਤਾ, ਤਾਂ ਫਿਰ ਤੁਹਾਡੇ ਪਿੱਛੇ ਨਾ ਤੁਹਾਡੀ ਪਾਰਟੀ ਖੜੀ ਹੈ ਨਾ ਤੁਹਾਡੀ ਆਰਗੇਨਾਈਜੇਸ਼ਨ ਖੜੀ ਹੈ। ਕਿਉਂਕਿ ਸਿਨੈਰੀਓ ਤਾਂ ਸੇਮ ਹੀ ਹੈ ਨਾ, ਭਾਵੇਂ ਇਹ ਆਪਾਂ ਜ਼ਰੂਰ ਇਸ ਇਨਸੀਡੈਂਟ ਦਾ ਜ਼ਿਕਰ ਕਰ ਰਹੇ ਹਾਂ ਔਰ ਯੂਥ ਕਾਂਗਰਸ ਦੀ ਆਪਾਂ ਜਿੱਤੇ ਤੁਸੀਂ ਦੇਖੋ ਨਾ, ਆਰਗੇਨਾਈਜੇਸ਼ਨ ਦਾ ਕੀ ਫਰਜ਼ ਬਣਦਾ ਸੀ। ਆਰਗੇਨਾਈਜੇਸ਼ਨ ਦਾ ਫਰਜ਼ ਬਣਦਾ ਸੀਗਾ ਕਿ ਭਾਵੇਂ
ਲੀਡਰ ਦਾ ਮੁੰਡਾ ਸਹੀ ਹੈ ਜਾਂ ਗਲਤ ਹੈ, ਪਰ ਉਹ ਆਪਣੇ ਆਫਿਸ ਬੇਅਰਰ ਨੂੰ ਬੈਕ ਕਰਦੇ ਜੇ ਉਹਨੇ ਆਵਾਜ਼ ਉਠਾਈ ਹੈ। ਬਿਲਕੁਲ ਠੀਕ ਹੈ, ਬਾਕੀ ਚੀਜ਼ਾਂ ਤਾਂ ਪੁਲਿਸ ਐਂਡ ਜੁਡੀਸ਼ੀਅਲ ਸਿਸਟਮ ਵੁੱਡ ਡਿਸਾਈਡ। ਪਰ ਜੇ ਕੀ ਇੱਕ ਆਮ ਘਰ ਦਾ ਬੱਚਾ ਇਹ ਵੀ ਹੱਕ ਨਹੀਂ ਰੱਖਦਾ ਕਿ ਜੇ ਉਹਨੂੰ ਕੋਈ ਚੀਜ਼ ਗਲਤ ਲੱਗਦੀ ਹੈ ਤਾਂ ਉਸ ਨੂੰ ਪਬਲਿਕਲੀ ਕਹਿ ਸਕੇ ਕਿ ਇਹ ਚੀਜ਼ ਗਲਤ ਹੈ। ਹਲੇ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਰਹੀ, ਹਲੇ ਕੋਈ ਪ੍ਰੂਵ ਨਹੀਂ ਹੋਇਆ, ਪਰ ਇੱਕ ਬੰਦੇ ਨੂੰ ਲੇਮੈਨ ਨੂੰ ਦੇਖਣ ਚ ਨਜ਼ਰ ਆ ਰਿਹਾ ਕਿ ਗੁੰਡਾਗਰਦੀ ਹੋਈ ਹੈ। ਤੁਹਾਡੇ ਗਨਮੈਨ ਇੱਕ ਆਮ ਘਰ ਦੇ ਬੱਚੇ ਨੂੰ ਕੁੱਟ ਰਹੇ ਹੈ, ਤੁਸੀਂ ਉਹਨੂੰ ਉਹਦੇ ਨਾਲ ਤੁਸੀਂ ਉਹਦੇ ਤੇ ਹਾਵੀ ਹੋਏ ਹੋ ਜਸਟ ਬਿਕੋਜ਼ ਤੁਹਾਡੇ ਕੋਲ ਫੋਰਸ ਸੀਗੀ, ਤੁਹਾਡੇ ਕੋਲ ਗਨਮੈਨ ਸੀਗੇ, ਤੇ ਤੁਸੀਂ ਜੇ ਤੁਹਾਡੇ ਇੱਕ ਆਫਿਸ ਬੇਅਰਰ ਨੇ ਉਸ ਤੇ ਹੱਕ ਚ ਬੋਲਿਆ ਤੁਸੀਂ ਉਹਨੂੰ ਹੀ ਕੱਢ ਰਹੇ ਹੋ, ਫਿਰ ਤੁਸੀਂ ਤੁਹਾਡੀ ਕਾਹਦੀ ਆਰਗੇਨਾਈਜੇਸ਼ਨ ਹੈ? ਸੈਲੀਬ੍ਰੇਟ ਕੀਤਾ ਜਾ ਰਿਹਾ, ਕਹਿੰਦੇ ਆਇਆ ਤੈਨੂੰ ਸ਼ਾਬਾਸ਼ੀ ਦਵਾਂ। ਬਿਲਕੁਲ, ਤੇ ਫਿਰ ਇਹ ਤਾਂ ਫਿਰ ਆਮ ਨੌਜਵਾਨਾਂ ਦੀ ਆਰਗੇਨਾਈਜੇਸ਼ਨ ਨਹੀਂ ਨਾ ਹੋਈ। ਮੈਂ ਤਾਂ ਕਹਿੰਦੀ ਹਾਂ ਭਾਜਪਾ ਨੂੰ ਆਈ ਵੁੱਡ ਕੰਪਲੀਮੈਂਟ ਬੀਜੇਪੀ ਕਿ ਇਹ ਸਾਡੇ ਆਫਿਸ ਬੇਅਰਰ ਤੇ ਪੰਜਾਬ ਸਰਕਾਰ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਤੁਹਾਨੂੰ ਬੱਗਾ ਜੀ ਦਾ ਇਨਸੀਡੈਂਟ ਯਾਦ ਹੋਣਾ ਤੇ ਕਿਵੇਂ ਸਾਰੀ ਪਾਰਟੀ ਔਰ ਪੂਰੀ ਭਾਜਪਾ ਉਹਦੇ ਪਿੱਛੇ ਖੜੀ ਹੋਈ ਸੀ, ਔਰ ਕਿਵੇਂ ਉਹਨੂੰ ਉਹ ਜਿਹੜਾ ਉਹਨੂੰ ਇੱਕ ਜ਼ਬਰਦਸਤੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਈ ਸੀ, ਕਿਵੇਂ ਉਹਨੂੰ ਨਾਕਾਮ ਕੀਤਾ ਗਿਆ ਸੀ। ਤੁਸੀਂ ਇਸ ਨੌਜਵਾਨ ਦੇ ਨਾਲ ਖੜੇ ਹੋਵੋਗੇ? ਬਿਲਕੁਲ ਬਿਲकुल। मैं तो इस नौजवान मतलब मैं तो कहनी है कि बड़ा मैं उस सगों इस नौजवान ਨੂੰ ਸ਼ਾਬਾਸ਼ੀ ਦਿੰਦੀ ਆ ਕਿ ਜਿਹਨੇ ਕੋਈ ਪ੍ਰੈਸ਼ਰ ਨਾ ਮੰਨਦੇ ਹੋਏ, ਬੇਸ਼ੱਕ ਕੋਈ ਕਿਸੇ ਦਾ ਵੀ ਮੁੰਡਾ ਸੀ ਜਾਂ ਕਿਤੇ ਵੀ ਕੋਈ ਵੀ ਉਹਦੇ ਲਿੰਕ ਸੀ, ਉਹਨੇ ਆਵਾਜ਼ ਉਠਾਈ ਹੈ ਔਰ ਆਪਣੇ ਹੱਕ ਦੀ ਗੱਲ ਕੀਤੀ ਹੈ, ਤੇ ਬਿਲਕੁਲ ਅਸੀਂ ਉਹਨਾਂ ਖੜੇ ਹੋਵਾਂਗੇ। ਕਿਉਂਕਿ ਉਹ ਕਹਿ ਰਿਹਾ ਕਿ ਜੋ ਕੰਪਲੇਂਟ ਦਿੱਤੀ ਗਈ ਹੈ ਉਹ ਧਾਰਾਵਾਂ ਨਹੀਂ ਲੱਗੀਆਂ ਔਰ ਹੋਰ ਵੀ ਉਹਦੇ ਕੋਲ, ਸੋ ਉਸ ਦੀ ਧਾਰਾਵਾਂ 'ਚ ਵਾਧਾ ਹੋਣ ਵਾਸਤੇ ਵੀ ਔਰ ਉਸ ਤੋਂ ਇਲਾਵਾ ਵੀ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਜਿਹੜਾ ਇਹ ਇੱਕ ਪਰਿਵਾਰਵਾਦ ਔਰ ਜਿਹੜਾ ਇੱਕ डिप्टी सीएम ਦੇ ਲੜਕੇ ਹੋਣ ਦਾ ਜਿਹੜਾ ਫਾਇਦਾ ਉਠਾਇਆ ਜਾ ਰਿਹਾ ਹੈ, ਉਹ ਅਸੀਂ ਬਿਲਕੁਲ, ਔਰ ਕਿਉਂਕਿ ਇਹ ਮਸਲਾ ਚੰਡੀਗੜ੍ਹ ਦਾ ਹੈ ਤਾਂ ਅਸੀਂ ਪੋਲੀਟੀਕਲੀ ਵੀ ਔਰ ਅਦਰਵਾਈਜ਼ ਵੀ ਮੋਰਲੀ ਵੀ ਉਸ ਲੜਕੇ ਦੇ ਨਾਲ ਖੜਾਂਗੇ। ਔਰ ਯੂਥ ਕਾਂਗਰਸ ਦਾ ਜਿਹੜਾ ਇਸ ਵੇਲੇ ਇਹ ਪੂਰਾ ਸਿਸਟਮ ਚੱਲ ਰਿਹਾ, ਹਾਲਾਂਕਿ ਬਹੁਤਿਆਂ ਨੂੰ ਤਾਂ ਡਰਾਵੇ ਵੀ ਦਿੱਤੇ ਕਿ ਤੁਹਾਨੂੰ ਪਾਰਟੀ ਤੋਂ ਸਸਪੈਂਡ ਕਰ ਦੇਵਾਂਗੇ, ਤੁਸੀਂ ਕਿਉਂ ਮੀਡੀਆ ਹਾਊਸਿਸ ਦੇ ਵਿੱਚ ਜਾ ਕੇ ਇੰਟਰਵਿਊਜ਼ ਦੇ ਰਹੇ ਹੋ, ਇਸ ਦੇ ਵੀ ਡਰਾਵੇ ਆ ਰਹੇ ਹਨ, ਦਿੱਲੀ ਤੋਂ ਵੀ ਡਰਾਵੇ ਆ ਰਹੇ ਹਨ। ਲੱਗਦਾ ਕਿ ਇਹ ਟਸਲ ਖਤਮ ਹੋਊਗੀ? ਇਹ ਮੇਰਾ ਇਹੀ ਕਹਿਣ ਦਾ ਅੱਜ ਇਸ ਤੁਹਾਡੇ ਚੈਨਲ ਰਾਹੀਂ ਮੈਂ ਇਹੀ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਇਹ ਤੁਹਾਨੂੰ ਸੁਪਨੇ ਬਹੁਤ ਵੱਡੇ ਵੱਡੇ ਵਿਖਾਏ ਗਏ ਔਰ ਹੋਣਾ ਅੰਤ ਚ ਉਹੀ ਹੈ ਜੋ ਡਿਸਾਈਡਡ ਹੈ, ਜੋ ਲੀਡਰਸ਼ਿਪ ਚਾਹੇਗੀ। ਜੇ ਇਹ ਨੈਪੋਟਿਜ਼ਮ ਨਹੀਂ ਤਾਂ ਹੋਰ ਨੈਪੋਟਿਜ਼ਮ ਕੀ ਹੋਗਾ? ਮੈਂ ਤਾਂ ਆਪ ਪਰਿਵਾਰਵਾਦ ਦਾ ਇੱਕ ਟਾਈਮ ਤੇ ਸ਼ਿਕਾਰ ਹੋਈ ਹਾਂ। ਸੋ ਇਸ ਪਰਿਵਾਰਵਾਦ ਤੋਂ ਬਚਣ ਲਈ, ਇਸ ਨੈਪੋਟਿਜ਼ਮ ਤੋਂ ਬਚਣ ਲਈ ਔਰ ਪੰਜਾਬ ਦੇ ਸਹੀ ਮੁੱਦੇ ਔਰ ਸਹੀ ਤਰੀਕੇ ਨਾਲ ਜੇ ਤੁਸੀਂ ਪੰਜਾਬ ਦੀ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਜੇ ਤੁਹਾਨੂੰ ਸਿਆਸਤ ਵਿੱਚ ਤੁਸੀਂ ਰੁਚੀ ਰੱਖਦੇ ਹੋ, ਤਾਂ ਤੁਸੀਂ ਪਾਰਟੀਆਂ ਉਹ ਸਿਲੈਕਟ ਕਰੋ ਜਿਹੜੀਆਂ ਤੁਹਾਨੂੰ ਲੈਵਲ ਪਲੇਇੰਗ ਗਰਾਊਂਡ ਦੇ। ਤੁਸੀਂ ਪਾਰਟੀਆਂ ਉਹ ਸਿਲੈਕਟ ਕਰੋ ਜਿਨ੍ਹਾਂ ਦੇ ਵਿੱਚ ਡਿਸਪਲਿਨ ਹੋਵੇ, ਜਿਨ੍ਹਾਂ ਦੇ ਵਿੱਚ ਲੀਡਰਸ਼ਿਪ ਦੀ ਕੈਪੇਬਿਲਿਟੀ। ਹਰ ਪਾਰਟੀ ਦੇ ਉੱਤੇ ਇਹ ਇਲਜ਼ਾਮ ਤਾਂ ਲੱਗਦੇ ਹੀ ਹੈ ਨਾ ਕਿ ਇੱਥੇ ਪਰਿਵਾਰਵਾਦ ਹੁੰਦਾ ਹੈ, ਪਰਿਵਾਰਵਾਦ ਹਾਵੀ ਰਹਿੰਦਾ ਹੈ, ਜਾਂ ਕਹਿ ਲਓ ਕਿ ਫੇਵਰੇਟ ਜਿਹੜੇ ਬੰਦੇ ਹੁੰਦੇ ਆ ਸਿਰਫ ਉਹੀ ਅੱਗੇ ਆਉਂਦੇ ਆ, ਆਮ ਘਰਾਂ ਦੇ ਬੰਦਿਆਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਹੁਣ ਕਾਂਗਰਸ ਵਿੱਚ ਤਾਂ ਇਹ ਇੱਕ ਟ੍ਰੈਂਡ ਬਣ ਗਿਆ ਕਿ ਜਿਹੜਾ ਕੋਈ ਲੀਡਰ ਐਸਟੈਬਲਿਸ਼ ਹੋ ਜਾਂਦਾ ਹੈ, ਕੋਈ ਮੰਤਰੀ ਬਣ ਜਾਂਦਾ, ਐਮਐਲਏ, ਉਹਨਾਂ ਦਾ ਬੱਚਾ ਜਾਂ ਬੇਟਾ ਜਾਂ ਬੇਟੀ ਅਗਲੇ ਹੀ ਟਰਮ ਤੋਂ ਆਪਣਾ ਹਲਕਾ ਆਇਡੈਂਟੀਫਾਈ ਕਰਨ ਲੱਗ ਪੈਂਦੇ ਆ। ਲੀਡਰ, ਮੈਂ ਦੁਬਾਰਾ ਕਹਿ ਰਹੀ ਹਾਂ, ਮੇਰਾ ਲੀਡਰ ਦੇ ਬੱਚਿਆਂ ਨਾਲ ਜਾਂ ਇਸ ਚੀਜ਼ ਤੇ ਕੋਈ ਨਿੱਜੀ ਮੇਰੀ ਉਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਮੈਂ ਚਾਹੁੰਦੀ ਹਾਂ ਕਿ ਇੱਕ ਜੇ ਕੋਈ ਮੇਰੇ ਵਰਗਾ ਆਮ ਘਰ ਦਾ ਬੱਚਾ ਅੱਗੇ ਆਉਣਾ ਚਾਹੁੰਦਾ ਤਾਂ ਸਾਡਾ ਹੱਕ ਨਾ ਮਾਰਿਆ ਜਾਏ। ਐਗਜ਼ਾਮਪਲਸ ਹਰ ਪਾਰਟੀ 'ਚ ਹੋਣਗੀਆਂ, ਬਟ ਮੈਨੂੰ ਲੱਗਦਾ ਕਿ ਬਾਕੀ ਪਾਰਟੀਆਂ 'ਚ ਕੋਈ ਇਹੋ ਜਿਹਾ ਉਦਾਹਰਨ ਘੱਟ ਹੀ ਦੇਖਣ ਨੂੰ ਮਿਲੂਗਾ ਜਿੱਥੇ ਕਿਸੇ ਆਮ ਬੰਦੇ ਦੀ, ਆਮ ਘਰ ਦੇ ਮੁੰਡੇ ਦੀ ਜਾਂ ਆਮ ਘਰ ਦੇ ਨੌਜਵਾਨ ਦਾ ਹੱਕ ਮਾਰ ਕੇ ਕਿਸੇ ਨੂੰ ਅੱਗੇ ਧੋਖਾਧੜੀ ਕੀਤੀ ਗਈ ਔਰ ਉੱਪਰੋਂ ਪੈਸੇ ਲਵਾਏ ਜਾਣ ਉਹਨਾਂ ਦੇ, ਉਹਨਾਂ ਨੂੰ ਝੂਠੇ ਸੁਪਨੇ ਦਿਖਾ ਕੇ, ਇੱਕ ਲੋਲੀਪੌਪ ਦਿਖਾ ਕੇ ਕਿ ਜੀ ਤੁਹਾਡੇ ਮਗਰ ਆਰਗੇਨਾਈਜੇਸ਼ਨ ਖੜੂਗੀ, ਲੀਡਰਸ਼ਿਪ ਖੜੂਗੀ। ਉਹਨਾਂ ਨੂੰ ਸਿਰਫ ਇਸ ਖੇਡ 'ਚ ਇਸ ਲਈ ਲਿਆਂਦਾ ਜਾਵੇ ਕਿ ਉਹਨਾਂ ਦਾ ਸ਼ੋਸ਼ਣ ਹੋ ਸਕੇ, ਉਹਨਾਂ ਤੋਂ ਪੈਸੇ ਲਗਵਾਏ ਜਾਣ ਔਰ ਫਿਰ ਐਟ ਦੀ ਐਂਡ ਕੀਤਾ ਉਹੀ ਜਾਵੇ। ਸੋ ਇਸ ਨੈਪੋਟਿਜ਼ਮ ਤੋਂ ਬਚਣ ਲਈ ਦੇ ਹੈਵ ਟੂ ਸਿਲੈਕਟ ਪਾਰਟੀਜ਼ ਜਿਨ੍ਹਾਂ ਵਿੱਚ ਡਿਸਪਲਿਨ ਹੋਵੇ ਔਰ ਜਿਨ੍ਹਾਂ ਦੀ ਲੀਡਰਸ਼ਿਪ 'ਚ ਦਮ ਹੋਵੇ। ਸਭ ਤੋਂ ਜ਼ਰੂਰੀ ਗੱਲ ਇਹ ਹੈ, ਲੀਡਰਸ਼ਿਪ ਇਹੋ ਜਿਹੀ ਚਾਹੀਦੀ ਹੈ ਜਿੱਦਾਂ ਜਾਖੜ ਸਾਹਿਬ ਨੇ, ਉਹ ਆਪਣੀ ਗੱਲ ਤੇ ਅਟਲ ਰਹਿਣ ਵਾਲਾ ਇੱਕ ਲੀਡਰ ਹੈ, ਉਹ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦੀ ਜੁਰਤ ਰੱਖਦੇ ਨੇ। ਤੇ ਮੈਂ ਤਾਂ ਨੌਜਵਾਨਾਂ ਨੂੰ ਅੱਜ ਤੁਹਾਡੇ ਪਲੇਟਫਾਰਮ ਤੋਂ ਅਪੀਲ ਕਰਦੀ ਹਾਂ ਕਿ ਤੁਸੀਂ ਭਾਜਪਾ 'ਚ ਆਓ। ਇਸ ਤੋਂ ਬਿਹਤਰ ਪਲੇਟਫਾਰਮ ਨੌਜਵਾਨਾਂ ਨੂੰ ਹੋਰ ਕੀ ਮਿਲੂਗਾ ਜਿੱਥੇ ਟੈਲੈਂਟ ਦੀ ਪਹਿਚਾਣ ਹੁੰਦੀ ਹੈ, ਕੰਮ ਦੀ ਮਿਹਨਤ ਦੀ ਪਹਿਚਾਣ ਹੁੰਦੀ ਹੈ। ਔਰ ਤੁਸੀਂ ਭਾਜਪਾ 'ਚ ਕੋਈ ਐਗਜ਼ਾਮਪਲ ਦਿਓ ਸਾਨੂੰ ਕਿ ਕੌਣ ਹੈ ਜਿੱਥੇ ਕਿਸੇ ਦਾ ਹੱਕ ਮਾਰ ਕੇ
ਉੱਥੇ ਕਿਸੇ ਲੀਡਰ ਦੇ ਬੱਚੇ ਨੂੰ ਭਾਵੇਂ ਕੋਈ ਨੈਸ਼ਨਲ ਪ੍ਰਧਾਨ ਹੋਵੇ ਤੇ ਭਾਵੇਂ ਪੰਜਾਬ ਦਾ ਪ੍ਰਧਾਨ ਹੋਵੇ, ਉੱਥੇ ਸਿਸਟਮ ਨਹੀਂ ਚੱਲਦਾ। ਪਰ ਬਹੁਤੇ ਭਾਜਪਾ ਦੇ ਵਾਲੇ ਤਾਂ ਇਹ ਕਹਿੰਦੇ ਕਿ ਕਾਂਗਰਸ ਵਾਲਿਆਂ ਨੇ ਹੱਕ ਸਾਡੇ ਮਾਰਤੇ, ਸਾਰੀ ਕਾਂਗਰਸ ਭਾਜਪਾ 'ਚ ਆ ਗਈ ਔਰ ਉਹਨਾਂ ਨੇ ਆ ਕੇ ਕਬਜ਼ਾ ਕਰ ਲਿਆ। ਨਹੀਂ ਦੇਖੋ, ਪਾਰਟੀ ਦਾ ਜੇ ਵਿਸਥਾਰ ਹੋਊਗਾ ਤਾਂ ਠੀਕ ਹੈ, ਹਰ ਬੰਦਾ ਇੱਕ ਬਿਹਤਰ ਜਿਹੜੀ ਪਾਰਟੀ ਹੈ, ਇੱਕ ਬਿਹਤਰ ਚੀਜ਼ ਨੂੰ ਦੇਖ ਕੇ ਉਸ ਵੱਲ ਸ਼ਿਫਟ ਹੁੰਦਾ ਹੈ, ਠੀਕ ਹੈ ਨਾ। ਹੁਣ ਜਿਵੇਂ ਮੈਂ ਪਰਿਵਾਰਵਾਦ ਦਾ ਸ਼ਿਕਾਰ ਹੋਈ ਸੀ ਤਾਂ ਮੈਂ ਹੁਣ ਆਪਾਂ ਆਪਣਾ ਕੰਮ ਕਰਨਾ ਥੋੜੀ ਨਾ ਛੱਡ ਦਾਂਗੇ। ਜੇ ਮੈਂ ਆਪਣੇ ਸੁਨਾਮ ਦੀ ਬਿਹਤਰੀ ਚਾਹੁੰਦੀ ਹਾਂ, ਆਪਣੇ ਇਲਾਕੇ ਦੀ ਬਿਹਤਰੀ ਚਾਹੁੰਦੀ ਹਾਂ, ਜੇ ਮੈਂ ਪੰਜਾਬ ਦੀ ਸਿਆਸਤ ਵਿੱਚ ਇੱਕ ਪਲੇਟਫਾਰਮ ਮੈਨੂੰ ਚਾਹੀਦਾ ਹੈ ਕਿ ਮੈਂ ਆਪਣੀ ਆਵਾਜ਼ ਉਠਾ ਸਕਾਂ, ਤੇ ਉਹ ਤਾਂ ਮੈਨੂੰ ਇੱਕ ਪਾਰਟੀ, ਚੰਗੀ ਪਾਰਟੀ ਦਾ ਹਿੱਸਾ ਬਣ ਕੇ ਹੀ ਅਫਸਰ ਮਿਲੇਗਾ ਨਾ। ਸੋ ਠੀਕ ਹੈ, ਸਾਰੇ ਹਰ ਕੋਈ ਗਲਤ ਨਹੀਂ ਹੁੰਦਾ, ਤੇ ਉਹ ਉਨੀ ਸਕਰੀਨਿੰਗ ਹਰ ਪਾਰਟੀ ਆਪਣੀ ਕਰਦੀ ਹੈ ਔਰ ਦੇਖ ਕੇ ਹੀ ਬੰਦੇ ਲਏ ਜਾਂਦੇ ਆ। ਠੀਕ ਹੈ ਦਾਮਾ ਜੀ, ਬਹੁਤ ਬਹੁਤ ਧੰਨਵਾਦ ਗੱਲਬਾਤ ਲਈ। ਤਾਂ ਦਮਨ ਸਿੰਘ ਬਾਜਵਾ ਜਿਹੜੇ ਕਿ ਗੱਲਬਾਤ ਕਰ ਰਹੇ ਸੀ ਯੂਥ ਕਾਂਗਰਸ ਦੇ ਕਲੇਸ਼ ਦੀ, ਔਰ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਇਹ ਸਾਰਾ ਸਿਸਟਮ ਚੱਲਦਾ ਹੈ, ਕਿਵੇਂ ਕਹਿੰਦੇ ਆਮ ਘਰਾਂ ਦੇ ਜੋ ਮੁੰਡੇ ਨੇ, ਜੋ ਆਮ ਘਰਾਂ ਦੇ ਮੁੰਡੇ ਇੱਕ ਪੋਲੀਟੀਕਲ ਐਂਬੀਸ਼ਨ ਰੱਖਦੇ ਨੇ ਕਿ ਅਸੀਂ ਪੋਲਿਟਿਕਸ ਦੇ ਵਿੱਚ ਅੱਗੇ ਜਾਵਾਂਗੇ, ਜਿਨ੍ਹਾਂ ਨੂੰ ਸੁਪਨੇ ਦਿਖਾਏ ਜਾਂਦੇ ਨੇ, ਉਹਨਾਂ ਦੇ ਨਾਲ ਕਹਿੰਦੇ ਕਿਸ ਕਦਰ ਇਹ ਯੂਥ ਕਾਂਗਰਸ ਦੀਆਂ ਚੋਣਾਂ ਦੇ ਵਿੱਚ ਖਿਲਵਾੜ ਹੁੰਦਾ ਹੈ। ਉਹ ਗੱਲ ਇਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ, ਔਰ ਨਾਲ ਹੀ ਜੋ ਰਾਜਾ ਵੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਉਸ ਦੀ ਵੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਜੇਕਰ ਲੀਡਰ ਅਜਿਹੇ ਬਿਆਨ ਦੇਣਗੇ ਤਾਂ ਕੀ ਅਸਰ ਇਹਨਾਂ ਦਾ ਆਮ ਲੋਕਾਂ ਦੇ ਉੱਤੇ ਪਏਗਾ।